गेट पंजाबी दे दानश्वर दर्शकों ते सुचेत ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਕੁ ਚਲੰਤ ਮਸਲੇ, ਕੁਝ ਜਿਹੜੀਆਂ ਬਹੁਤ ਹੀ ਮਹੱਤਵਪੂਰਨ ਘਟਨਾਵਾਂ ਹਨ ਉਹਨਾਂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਔਰ ਫਿਰ ਅਸੀਂ ਇੱਕ ਖਾਸ ਮੁੱਦੇ ਦੇ ਉੱਤੇ ਜਾਣਕਾਰੀ ਹਾसिल करांगे। दरअसल ये प्रोग्राम, इस प्रोग्राम का मकसद भी यही है कि ਜਿਹੜੀਆਂ भी घटनावां भावें किसी भी रूप विच होण, ਜਿਹੜੀਆਂ ਸਾਡੇ ਨਾਲ तल्लक रखदियां ਹਨ, ਜਿਹੜੀਆਂ ਸਾਡੇ भविख नाल जिन्हां दा मकसद है, ਉਹਨਾਂ ਨੂੰ ਅਸੀਂ खास तौर ਦੇ ਉੱਤੇ ਉਹਨਾਂ ਦਾ विश्लेषण करिए, ਤੁਹਾਡੇ ਨਾਲ ਸਾਂਝੇ करिए और इस आदान प्रदान दे विच असी तुहाडे विचार शामिल करिए। तुहाडे विचारां दे नाल ही इस दे विच परपक्ता आएगी और उस थां दे उत्ते साडी गल पहुँचदी है, यकीनन तौर दे उत्ते पहुँचदी है जिथे कि फिर नियम घड़े जाते हैं या आने वाले समय लई कोई विधि विधान बनाए जाते हैं। तुहाडा प्रोग्राम विच शामिल होना बहुत ही महत्वपूर्ण है। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡਾ ਜੋ ਅੱਜ ਦਾ ਅਸੀਂ ਰੱਖਿਆ ਹੈ ਉਹਦੇ ਵਿੱਚ ਅਸੀਂ ਕਿਸੇ ਮਹਿਮਾਨ ਨੂੰ ਨਹੀਂ ਲੈ ਰਹੇ। ਅੱਜ ਦੇ ਸਾਡੇ ਮਹਿਮਾਨ ਤੁਸੀਂ ਹੋ, ਤੁਸੀਂ ਇਸ ਦੇ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਾਣੀ ਹੈ। ਜਿਹੜੀਆਂ ਇੱਕ ਦੋ ਗੱਲਾਂ ਅਸੀਂ ਤੁਹਾਡੇ ਨਾਲ ਸੁਰਖੀਆਂ ਕਰਨੀਆਂ ਹਨ। ਸਭ ਤੋਂ ਪਹਿਲੀ ਗੱਲ ਕਿ ਅੱਜ ਦਾ ਦਿਨ ਜੋ ਬੀਤ ਗਿਆ ਹੈ, ਜੋ ਕਿ ਕੱਲ੍ਹ प्रोग्राम नहीं सी, 26 जनवरी, इस दिन दियां दो बहुत ही महत्वपूर्ण घटनावां हैं देश लई और कौम लई। जिथे 26 जनवरी भारत नूं नवां संविधान मिलिया, कॉन्स्टिट्यूशन आइन मिलिया 1950 दे विच, और दुनिया का बड़ा ही विचित्र और विलक्षण कॉन्स्टिट्यूशन है। इस दे बारे बहुत कुछ कहा जाता है पर शायद असी इसनूं समझण दी इहदियां खास मदां किहड़ियां हन उन्हां बारे कदे विचार नहीं कीता। हर भारतवासी जिहड़ा भारत दे विच रहिंदा है, जिहड़ा देश दे विच रहिंदा है, उस दे उत्ते लागू है, एक अथॉरिटी है, एक कॉन्स्टिट्यूशनल अथॉरिटी है। भावें वो चाहे या ना चाहे, ये कानून, ये संविधान उसके उत्ते लागू हुंदा है। एक ये बहुत वड्डी अथॉरिटी है और दूसरे पासे बतौरे सिख दे साडे उत्ते एक धार्मिक अथॉरिटी भी है जिहड़ी श्री अकाल तख्त साहब दी है, जिहड़े पंथक मुद्दियां दे उत्ते निर्णय दे सकती है। बहुत ही अहम नुकता ये है कि ये ड्यूअलिटी ऑफ अथॉरिटी दे अधीन सानू रहना पैंदा है और जेकर किधरे इन्हां दोनां दे विच किसी भी मद दे उत्ते, किसी इशू दे उत्ते, किसी भी मुद्दे दे उत्ते, किसी भी मसले दे उत्ते किधरे आपस विच टकराव पैदा हो जाए तो उसका फिर की हल है। और ये केवल एक कहण मात्र नहीं, एक हाइपोथेटिकल नहीं, कई दफ़ा ऐसा हो चुका है। जिवें जथेदार गुरदयाल सिंह अजनोहा नूं हाई कोर्ट का नोटिस आया कि नकली निरंकारियां दे बारे जिहड़ा हुक्मनामा जारी सी उस दे बारे ये भारत दे संविधान दे उल्ट है, उन्हां नूं सम्मन जारी होए पर उन्होंने वो लैण तो इनकार कर दिता। खैर, वक्त दी सरकार ने, अदालत ने इस मामले नूं नजिठिया ਅਤੇ ਇਹ ਗੱਲ ਇੱਥੇ ਹੀ ਖਤਮ ਹੋ ਗਈ। ਪਰ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡਾ ਮਕਸਦ ਉਸ ਵੇਰਵੇ ਵਿੱਚ ਜਾਂ ਉਹਨਾਂ ਮਦਾਂ ਦੇ ਉੱਤੇ ਜਾਣਾ ਨਹੀਂ, ਬਲਕਿ ਤੁਹਾਨੂੰ ਭਾਰਤੀ ਸੰਵਿਧਾਨ ਦੀ ਥੋੜ੍ਹੀ ਬਹੁਤ ਜਾਣ ਪਛਾਣ ਜ਼ਰੂਰ ਕਰਾਉਣੀ ਚਾਹਾਂਗੇ ਤਾਂ ਕਿ ਸਾਨੂੰ ਪਤਾ ਹੋਏ ਇਹ ਸੰਵਿਧਾਨ ਕੀ ਹੈ। ਸ਼ਾਇਦ ਦੁਨੀਆ ਦਾ ਸਭ ਤੋਂ ਵੱਡਾ ਸੰਵਿਧਾਨ ਇਹੀ ਹੈ, पर इस दे विच है कि ये थोड़ी देर तक असी जरूर वेखांगे। पंथक तौर पर, धार्मिक तौर के उत्ते 26 जनवरी
ਇੱਕ ਹੋਰ ਬਹੁਤ ਹੀ ਮਹੱਤਵਪੂਰਨ ਦਿਨ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਕਰਦਿਆਂ ਹੋਇਆਂ ਆਪਣੇ ਸਿਰ ਤਲੀ ਤੇ ਧਰ ਕੇ ਆਉਣ ਵਾਲੇ ਬਾਬਾ ਦੀਪ ਸਿੰਘ ਜੀ ਦਾ, ਉਹਨਾਂ ਦਾ ਜਨਮ ਦਿਨ 26 ਜਨਵਰੀ ਹੈ। ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਬਹੁਤ ਹੀ ਕਮਾਲ ਦੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਜਿਹੜੀ ਗੱਲ ਕਹੀ ਸੀ ਕਿ ਇਹ ਜਿਹੜਾ ਸਿਰ ਹੈ, ਜਿਹੜੇ ਤੇਰੇ ਮਾਸ਼ੂਕ ਦੀ ਮੰਜ਼ਿਲ ਹੈ, ਜਿਹੜੇ ਤੇਰੇ ਆਸ਼ਿਕ ਦੀ ਮੰਜ਼ਿਲ ਹੈ, ਇਹਨਾਂ ਦੋਨਾਂ ਮੰਜ਼ਿਲਾਂ ਦੇ ਵਿੱਚ, ਆਸ਼ਿਕ ਤੇ ਮਾਸ਼ੂਕ ਦੀ ਮੰਜ਼ਿਲ ਦੇ ਵਿੱਚ ਜਿਹੜਾ ਵਕਵਾ ਹੈ, ਜਿਹੜੀ ਵਿੱਥ ਹੈ, ਉਹ ਇਹਨਾਂ ਕਦਮਾਂ ਦੇ ਨਾਲ ਨਹੀਂ ਤੁਰੀ ਜਾਣੀ। ਜੇ ਤੂੰ ਆਪਣੇ ਮਾਲਕ ਦੀ ਮੰਜ਼ਿਲ ਵੱਲ ਪਹੁੰਚਣਾ ਚਾਹੁੰਦਾ ਹੈ, ਫਿਰ ਤੈਨੂੰ ਆਪਣੇ ਸਿਰ ਨੂੰ ਕਦਮ ਬਣਾਉਣੇ ਪੈਣੇ ਹਨ। ਬਹੁਤ ਹੀ ਕਮਾਲ ਦੀ ਗੱਲ ਭਾਈ ਸਾਹਿਬ ਨੇ ਕਹੀ ਔਰ ਬਾਬਾ ਦੀਪ ਸਿੰਘ ਜੀ ਨੇ ਉਸ ਨੂੰ ਇਨ ਬਿਨ ਅਮਲੀ ਰੂਪ ਵਿੱਚ ਅਮਲ ਵਿੱਚ ਲਿਆ ਕੇ ਦਿਖਾਇਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਬਚਨ ਕੀਤਾ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਸੀ। ਬਾਬਾ ਦੀਪ ਸਿੰਘ ਜੀ ਨੇ ਇਸ ਨੂੰ ਅਮਲ ਵਿੱਚ ਲਿਆਂਦਾ। ਬਾਬਾ ਜੀ ਦੀ ਜੀਵਨੀ, ਉਹਨਾਂ ਦੇ ਬਾਰੇ ਅਸੀਂ ਥੋੜ੍ਹੀ ਦੇਰ ਤੱਕ ਗੱਲਬਾਤ ਕਰਾਂਗੇ, ਪਰ ਇਸ ਤੋਂ ਪਹਿਲੇ ਦੋ ਸੁਰਖੀਆਂ ਹਨ ਜਿਹੜੀਆਂ ਬਹੁਤ ਹੀ ਮਹੱਤਵਪੂਰਨ ਹਨ। ਵੇਖਣ ਨੂੰ ਬੜੀਆਂ ਛੋਟੀਆਂ ਲੱਗਦੀਆਂ ਹਨ, ਪਰ ਇਹਨਾਂ ਦਾ ਅਸਰ ਦੇਰ ਤੱਕ ਔਰ ਦੂਰ ਤੱਕ ਰਹਿਣਾ ਹੈ। ਪਹਿਲੀ ਦਫਾ ਹੋਇਆ ਹੈ ਸ਼ਾਇਦ, ਜਿਹੜੀ ਹੁਣ ਇੱਕ ਛੋਟੀ ਜੀ ਸੁਰਖੀ, ਜਿਹੜੀ ਛੋਟੀ ਜੀ ਖਬਰ ਹੈ, ਦਿੱਲੀ ਦੇ ਵਿੱਚ ਭਾਈ ਇਕਬਾਲ ਸਿੰਘ ਪੱਟੀ ਸਿੱਖ ਹਕੂਕਾਂ ਦੀ ਰਾਖੀ ਲਈ, ਸਿੱਖ ਹੱਕਾਂ ਦੀ ਰਾਖੀ ਲਈ ਜੰਤਰ ਮੰਤਰ ਦਿੱਲੀ ਦੇ ਵਿੱਚ 5 ਦਸੰਬਰ ਤੋਂ ਭੁੱਖ ਹੜਤਾਲ ਤੇ ਬੈਠੇ ਹਨ। ਕਿਸੇ ਨੇ ਬਾਤ ਨਹੀਂ ਪੁੱਛੀ, ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਮੰਗ ਬੜੀ ਸਿੱਧੀ ਸੀ ਕਿ ਜਿਹੜੇ ਮੁਕੱਦਮੇ ਹਨ, ਜਿਹੜੇ ਨਾਜਾਇਜ਼ ਮੁਕੱਦਮੇ ਹਨ, ਜਿਹੜੇ ਨਾਜਾਇਜ਼ ਜੇਲ੍ਹਾਂ ਵਿੱਚ ਹਨ, ਉਹਨਾਂ ਨੂੰ ਰਿਹਾ ਕੀਤਾ ਜਾਏ। ਨਕਾਰਖਾਨੇ ਵਿੱਚ ਤੋਤੀ ਦੀ ਤਰ੍ਹਾਂ ਐਸੀਆਂ ਆਵਾਜ਼ਾਂ ਬੰਦ ਹੋ ਜਾਂਦੀਆਂ ਹਨ, ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਪਰ ਕੱਲ੍ਹ ਜਿਹੜੀ ਖਾਸ ਬੜੀ ਹੀ ਹੈਰਾਨਕੁਨ ਖਬਰ ਇਹ ਆਈ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਈ ਇਕਬਾਲ ਸਿੰਘ ਨੂੰ ਇੱਕ ਚਿੱਠੀ ਲਿਖੀ ਹੈ ਔਰ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਕਈ ਐਸੀਆਂ ਇਨਸਾਫ ਲਈ, ਸਿੱਖਾਂ ਦੇ ਲਈ ਇਨਸਾਫ ਮੰਗਣ ਲਈ ਤੁਸੀਂ ਭੁੱਖ ਹੜਤਾਲ ਦੇ ਉੱਤੇ ਹੋ। ਸਾਡੀ ਸਰਕਾਰ ਤੁਹਾਡੇ ਨਾਲ ਪੂਰਾ ਹਮਦਰਦੀ ਵਾਲਾ ਰਵੱਈਆ ਰੱਖਦੀ ਹੈ ਔਰ ਅਸੀਂ ਨਿਸ਼ਚਿਤ ਕਰਾਂਗੇ ਕਿ ਪੂਰਾ ਇਨਸਾਫ ਮਿਲੇ, ਪਰ ਮਾਮਲਾ ਬਹੁਤ ਹੀ ਕੰਪਲੈਕਸ ਹੈ, ਪੇਚੀਦਾ ਹੈ ਔਰ ਇਹਦੇ ਵਿੱਚ ਕਈ ਥਾਵਾਂ ਦੇ ਉੱਤੇ ਸਲਾਹ ਮਸ਼ਵਰੇ ਕਰਨੇ ਪੈਣਗੇ, ਪਰ ਅਸੀਂ ਇਸ ਨੂੰ ਜ਼ਰੂਰ ਕਰਾਂਗੇ। ਔਰ ਇਸ ਦੇ ਨਾਲ ਹੀ ਆਪਣੀ ਚਿੱਠੀ ਦੇ ਵਿੱਚ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਲਿਖਿਆ ਹੈ ਕਿ ਦਿੱਲੀ ਦੀ ਸਰਕਾਰ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਪਹਿਲਾਂ ਹੀ ਇੱਕ ਚਿੱਠੀ ਲਿਖ ਦਿੱਤੀ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕੀਤਾ ਜਾਏ। ਆਪਣੇ ਆਪ ਇਹ ਕਾਰਵਾਈ ਕਰਨੀ ਅਰਵਿੰਦ ਕੇਜਰੀਵਾਲ ਦੀ ਇੱਕ ਬਹੁਤ ਵੱਡੀ ਦੇਣ ਮੰਨੀ ਜਾ ਸਕਦੀ ਹੈ, ਜਿੱਥੇ ਕੋਈ ਉਹਨਾਂ ਦਾ ਦਬਾਅ ਨਹੀਂ, ਮਗਰ ਉਹਨਾਂ ਨੇ ਆਪਣੇ ਆਪ ਇਹ ਗੱਲ ਲਿਖ ਦੇਣੀ। ਔਰ ਇਸ ਗੱਲ ਦੇ ਨਾਲ ਹੀ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਹੈ ਕਿ ਦਿੱਲੀ ਦੇ ਵਿੱਚ ਜੋ ਕੁਝ ਹੋਇਆ ਸੀ ਉਹਦੇ ਲਈ ਹੋਰ ਵੀ ਮਸਲੇ ਜਿਹੜੇ ਹਨ ਅਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ SIT, ਤਾਂ ਕਿ ਉਹ ਸਾਰੀ ਜਾਂਚ ਬੜੀ ਤੇਜ਼ੀ ਨਾਲ ਕਰੇ, ਉਹ SIT ਦੀ ਕਾਇਮੀ ਲਈ ਵੀ ਅਸੀਂ ਕਾਰਵਾਈ ਕਰਾਂਗੇ। ਇਹ
ਆਮ ਆਦਮੀ ਪਾਰਟੀ ਦੇ 2 MLA ਜਰਨੈਲ ਸਿੰਘ ਅਤੇ ਜਗਦੀਪ ਸਿੰਘ, ਇਹ ਦੋਨੋਂ ਇੱਕ ਵਫਦ ਲੈ ਕੇ ਅਰਵਿੰਦ ਕੇਜਰੀਵਾਲ ਨੂੰ ਮਿਲੇ ਔਰ ਉਸ ਵਫਦ ਦੇ ਵਿੱਚ ਕੇਜਰੀਵਾਲ ਨੇ ਇਹ 2 ਯਕੀਨ ਦਿਵਾਏ ਔਰ ਉਹਨਾਂ ਨੇ ਹਮਦਰਦੀ ਜ਼ਾਹਿਰ ਕੀਤੀ ਔਰ ਨਾਲ ਹੀ ਦੱਸਿਆ ਕਿ ਅਸੀਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਲਈ ਵੀ ਕੋਸ਼ਿਸ਼ ਕਰ ਰਹੇ ਹਾਂ ਔਰ ਚਿੱਠੀ ਲਿਖ ਦਿੱਤੀ ਹੈ ਰਾਸ਼ਟਰਪਤੀ ਨੂੰ ਅਤੇ ਨਾਲ ਹੀ SIT ਦਾ ਗਠਨ ਵੀ ਕਰਾਂਗੇ ਔਰ ਬਾਕੀ ਵੀ ਜਿਹੜੇ ਮਸਲੇ ਹਨ ਉਹਨਾਂ ਲਈ ਵੀ ਅਸੀਂ ਕਾਰਵਾਈ ਕਰਾਂਗੇ ਤਾਂ ਕਿ ਛੇਤੀ ਤੋਂ ਛੇਤੀ ਇਹ ਕੰਮ ਜਿੰਨੇ ਬਹੁਤ ਦੇਰ ਦੇ ਲਟਕਦੇ ਆ ਰਹੇ ਹਨ ਪੂਰੇ ਹੋਣ। ਹੁਣ ਦੇਖਣਾ ਇਹ ਹੈ ਕਿ ਅਰਵਿੰਦ ਕੇਜਰੀਵਾਲ ਜਿਨ੍ਹਾਂ ਦੀ ਆਪਣੀ ਸਰਕਾਰ ਦੇ ਉੱਤੇ ਕਈ ਕਿਸਮ ਦੀਆਂ ਅਟਕਲਾਂ ਔਰ ਕੁਝ ਕਿਹਾ ਨਹੀਂ ਜਾ ਸਕਦਾ ਕਿ ਜਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਚੱਲ ਰਿਹਾ ਹੈ ਉਹ ਕਿਤਨੀ ਦੇਰ ਤੱਕ ਕਰਦੇ ਹਨ ਔਰ ਕਿੰਨਾ ਕੁਝ ਕਰ ਸਕਦੇ ਹਨ। ਸੋ ਪਹਿਲੀ ਇੱਕ ਖਬਰ ਜਿਸ ਨੂੰ ਅਸੀਂ ਚੰਗਾ ਸ਼ਗਨ ਕਿਹਾ ਜਾ ਸਕਦਾ ਹੈ। ਦੂਸਰੀ ਖਬਰ ਹੈ ਦਿੱਲੀ ਦੇ ਵਿੱਚ ਪਹਿਲੀ ਦਫਾ ਰਾਹੁਲ ਗਾਂਧੀ ਨੇ ਇੱਕ ਇੰਟਰਵਿਊ ਦਿੱਤਾ ਹੈ, ਲੰਬਾ ਇੰਟਰਵਿਊ। ਇਸ ਤੋਂ ਪਹਿਲਾਂ ਉਹਨਾਂ ਨੇ ਕਦੇ ਕਿਸੇ ਨੂੰ ਇੰਟਰਵਿਊ ਨਹੀਂ ਦਿੱਤਾ, 1 to 1 ਸਿੱਧੀ ਤੌਰ ਦੇ ਉੱਤੇ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ। ਪਰ ਜਦੋਂ ਉਹਨਾਂ ਨੂੰ ਉਸ ਇੰਟਰਵਿਊ ਦੇ ਵਿੱਚ ਟਾਈਮਸ ਨਾਓ ਵੱਲੋਂ ਲਿਆ ਗਿਆ ਇੰਟਰਵਿਊ 1984 ਦੇ ਬਾਰੇ, ਕਤਲੇਆਮ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ 2002 ਦੇ ਗੁਜਰਾਤ ਦੇ ਜਿਹੜੇ ਜੋ ਕੁਝ ਹੋਇਆ ਦੰਗੇ ਸਨ ਉਹ ਸਰਕਾਰ ਨੇ ਕਰਵਾਏ ਸਨ, ਪਰ ਇਸ ਦੇ ਵਿੱਚ ਸਰਕਾਰ ਦਾ ਕੋਈ ਦਖਲ ਨਹੀਂ ਸੀ, ਇਹਦੇ ਵਿੱਚ ਸਰਕਾਰ ਬਿਲਕੁਲ ਜ਼ਿੰਮੇਵਾਰ ਨਹੀਂ ਹੈ। ਉਹਨਾਂ ਨੇ ਇਸ ਤੋਂ ਬਿਲਕੁਲ ਹੀ ਆਪਣੇ ਪੱਲਾ ਝਾੜ ਲਿਆ। ਉਹਨਾਂ ਦਾ ਕਹਿਣਾ ਸੀ ਕਿ ਦੀ ਗਵਰਨਮੈਂਟ ਜਿਹੜੀ ਸੀ ਬਿਲਕੁਲ ਵੀ ਇਨਵੋਲਵ ਨਹੀਂ ਸੀ। ਜਦੋਂ ਉਹਨਾਂ ਨੂੰ ਸਾਫ਼ ਤੌਰ ਦੇ ਉੱਤੇ ਪੁੱਛਿਆ ਗਿਆ ਕਿ ਕੀ ਤੁਸੀਂ 1984 ਦੇ ਲਈ ਮਾफ़ੀ ਮੰਗੋਗੇ, ਰਾਹੁਲ ਗਾਂਧੀ ਦਾ ਕਹਿਣਾ ਸੀ ਸਭ ਤੋਂ ਪਹਿਲੀ ਗੱਲ ਹੈ ਕਿ ਮੈਂ ਕਿਸੇ ਵੀ ਰੂਪ ਵਿੱਚ ਨਿੱਜੀ ਤੌਰ ਤੇ ਉਸ ਦੇ ਵਿੱਚ ਇਨਵੋਲਵ ਨਹੀਂ ਸੀ, ਮੈਂ ਉਸ ਦੇ ਵਿੱਚ ਕੋਈ ਹਿੱਸਾ ਨਹੀਂ ਲਿਆ, ਯਾਨੀ ਕਿ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਹ ਕਿਸੇ ਕਿਸਮ ਦੀ ਮਾफ़ੀ ਲਈ ਤਿਆਰ ਹਨ। ਔਰ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਹੋ ਸਕਦਾ ਹੈ ਕਿ ਕੁਝ ਕਾਂਗਰਸੀ ਇਸ ਦੇ ਵਿੱਚ ਸ਼ਾਮਲ ਹੋਣ। ਸੋ ਇਹ ਬੜੀ ਵੱਡੀ ਇੱਕ ਡਿਵੈਲਪਮੈਂਟ ਹੈ। ਇੱਕ ਪਾਸੇ ਰਾਹੁਲ ਗਾਂਧੀ ਦਾ ਇਹ ਬਿਆਨ ਇਤਨੇ ਸਾਲ ਬੀਤ ਜਾਣ ਦੇ ਬਾਅਦ ਵੀ, ਔਰ ख़ास ਕਰਕੇ ਇਹ ਸਾਲ ਜਿਸ ਦੇ ਵਿੱਚ 1984 ਦੀ 30ਵੀਂ ਵਰ੍ਹੇਗੰਢ ਮਨਾਈ ਜਾਣੀ ਹੈ, ਉਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਇਨਕਾਰ ਕਰ ਦੇਣਾ ਆਉਣ ਵਾਲੇ ਸਮੇਂ ਲਈ ਸਰਕਾਰ ਦੀਆਂ, ਪਾਰਟੀ ਦੀਆਂ ਨੀਤੀਆਂ ਨੂੰ ਦਰਸਾਉਂਦਾ ਹੈ। ਔਰ ਦੂਸਰੇ ਪਾਸੇ ਕੇਜਰੀਵਾਲ ਦਾ ਬਿਆਨ, ਉਹਨਾਂ ਵੱਲੋਂ ਚਿੱਠੀ ਲਿਖੀ ਜਾਣੀ, ਇਹ ਦੱਸਦਾ ਹੈ ਕਿ ਦੋਨਾਂ ਦੇ ਵਿੱਚ ਸੋਚ ਦੇ ਵਿੱਚ, ਨਿਸ਼ਾਨੇ ਦੇ ਵਿੱਚ, ਅਮਲ ਦੇ ਵਿੱਚ ਕਿਤਨਾ ਫਰਕ ਹੈ। ਸਿਸਟਮ ਉਹੀ ਹੁੰਦਾ ਹੈ, ਨੀਅਤ ਦੇ ਉੱਤੇ ਸਾਰਾ ਕੁਝ ਨਿਰਭਰ ਕਰਦਾ ਹੈ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੋਵਾਂਗੇ। ਤੁਸੀਂ ਸਾਡੇ ਨਾਲ ਬਣੇ ਰਹੋ। ਇਸ ਤੋਂ ਬਾਅਦ ਅਸੀਂ ਬਾਬਾ ਦੀਪ ਸਿੰਘ ਜੀ ਬਾਰੇ ਗੱਲ ਕਰਾਂਗੇ ਔਰ ਉਸ ਦੇ ਬਾਅਦ ਤੁਹਾਨੂੰ ਸੰਵਿਧਾਨ ਦੀਆਂ ਕੁਝ ਚੁਣਿੰਦਾ ਖੂਬੀਆਂ ਜਾਂ ਉਹ ਨੁਕਤੇ ਤੁਹਾਡੇ ਨਾਲ ਸਾਂਝੇ ਕਰਾਂਗੇ। ਇੱਕ ਵਕਫਾ। Preet Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Preet Furniture can do it all. ਤੇ ਆਪਣੀ ਪਸੰਦ ਦਾ ਫਰਨੀਚਰ ਖਰੀਦੋ। ਬਲਵਿੰਦਰ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 7188494530 or 9177748566. Preet Furniture.
Are you in deportation? Do you have a complex immigration matter? Has your immigration case been denied? For all your complex immigration matters, including family-based immigration, employment-based immigration, deportation, citizenships, battered spouses, call Gahey and Associates at 718-263-5999 for a free initial consultation. Over the years, we've helped many people in getting the green cards. Would you like to have your green card? Call Gahey and Associates now. Tax Raja. We are tax planners, not just tax preparers. Tax Raja ਕੋਲ ਤਜਰਬੇਕਾਰ CPAs, tax planners ਅਤੇ tax preparers ਹਨ। ਅਸੀਂ individual ਤੇ business tax returns, income tax filing, bookkeeping, payroll, financial statement, free e-file, free tax advice, free review ਤੇ IRS representation ਕਰਦੇ ਹਾਂ। ਜਲਦੀ tax file ਕਰੋ ਅਤੇ ਜਲਦੀ ਹੀ refund ਪਾਓ। Taxi, limousine, construction ਵੀਰਾਂ ਲਈ ਅਤੇ ਨਾਲ ਹੀ ਨਾਲ self-employed ਲਈ special price. We have multiple locations. ਅੱਜ ਹੀ call ਕਰੋ 718-880-1992. ਮਿਸਟਿਕ ਬ੍ਰੋਕਰੇਜ ਤੁਹਾਡੀਆਂ ਕਾਰ ਇੰਸ਼ੋਰੈਂਸ ਸੰਬੰਧੀ ਜ਼ਰੂਰਤਾਂ ਦਾ ਇੱਕੋ ਇੱਕ ਸੋਲੂਸ਼ਨ ਜੋ ਕਰਦਾ ਹੈ ਤੁਹਾਡੀ ਬਚਤ ਬਲੈਕ ਕਾਰਡਸ, ਗ੍ਰੀਨ ਕਾਰਡਸ ਤੇ ਲਾਇਬ੍ਰੇਰੀ ਵਿੱਚ। ਆਪਣੀ ਇੰਸ਼ੋਰੈਂਸ ਨੂੰ ਰੀਨਿਊ ਕਰਵਾਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਮਿਲੋ ਟੈਕਸੀ ਤੇ ਲੀਮੋਜ਼ੀਨ ਦੇ ਸਪੈਸ਼ਲਿਸਟ। ਮੈਡੀਲੀਅਨਸ ਲਈ ਫਾਈਨੈਂਸ ਫੈਸਿਲਿਟੀ ਵੀ ਅਵੇਲੇਬਲ ਹੈ। ਅਸੀਂ ਕਰਾਂਗੇ ਸੇਵ ਤੁਹਾਡੀ ਮਨੀ। ਕਿਸੇ ਵੀ ਜਾਣਕਾਰੀ ਲਈ ਕਾਲ ਕਰੋ 718-349-7610 ਤੇ ਕੰਟੈਕਟ ਕਰੋ ਫਰਵਰੀ 2014 ਦੀ ਇੰਡੀਵਿਜੂਅਲ ਮੈਡੇਲੀਅਨ ਆਕਸ਼ਨ ਲਈ। अरे हुजूर, सुबह सुबह इतना खूबसूरत तोहफा खास है। रसमलाई, वाह! देसी काजू के दानों से बनी दूध मलाई और मिठास हल्की सी। काजू कतली, बम्बई सलाई? नहीं अंकल जी, शामियाना मिठाई, मेड इन अमेरिका। शामियाना मिठाई, Made pure, made fresh, made here. जो भी पके ऐसा पके जहाँ भी जो हो खींचा चला आए MBH मसाले। किचन किंग हो या गरम मसाला, पाव भाजी या चंकी चाट मसाला, असली मसाले सच सच MBH। No sugar, no sugar. Pressure. शुक्र है लक्ष्मी लोअर GI वैल्यू बासमती राइस फॉर पीपल विद डायबिटीज आया है। अब दादाजी को थोड़ी तो वैरायटी मिलनी चाहिए ना खाने में। दादाजी! दाल चावल जैसी तो दुनिया में कोई चीज ही नहीं है। बस थोड़ी खीर भी मिल जाती तो। लक्ष्मी लोअर GI वैल्यू बासमती राइस है खास डायबिटिक्स के लिए। अब कम से कम लाइफ में खाने की खुशी मिलनी ही चाहिए ना। लक्ष्मी लोअर GI वैल्यू बासमती राइस खास तौर पर डायबिटिक्स के लिए। अरे तुमने मेरे हाथ के पकौड़े नहीं खाए। तुम अपने आशिकों को छोड़ हमें मौका दोगी तब ना। लक्ष्मी खांडवी तो मैं बनाती थी, स्पेशली गांव से देसी बेसन मंगवाकर। क्यों यहाँ का बेसन नहीं चलता? यहाँ के बेसन में वो बात कहाँ? पर ये तो लक्ष्मी है। इनको लक्ष्मी के बारे में बताने की जरूरत नहीं। लक्ष्मी बेसन कहाँ मिलता है? आंटी जी किसी भी इंडियन स्टोर में। लक्ष्मी बेसन Made pure, made fresh, made here. Schneider Law Group ਤਜਰਬੇਕਾਰ ਵਕੀਲਾਂ ਦੀ ਟੀਮ ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇੰਕਲੂਡਿੰਗ ਅਸਾਈਲਮ, ਡਿਪੋਰਟੇਸ਼ਨ ਡਿਫੈਂਸ, ਫੈਮਿਲੀ, employment and investment based immigration। ਇੱਥੇ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਵੇਂ ਵਾਇਓਲੇਸ਼ਨ, ਟੈਕਸੀ ਲਿਮੋਜ਼ੀਨ ਕਮਿਸ਼ਨ ਦੇ ਮਾਮਲੇ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ, ਡਾਈਵੋਰਸ ਕੇਸਿਸ, ਵਿਲ ਅਤੇ ਟਰਸਟ ਰਿਲੇਟਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ। ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ। AJZE 4523। ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟਸ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ। ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 8888247227 ਅਤੇ 9177280049।
Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਵਰਸਾਏ ਮਹਾਨ ਵਿਦਵਾਨ ਆਲਮ ਫਾਜ਼ਲ ਬਾਬਾ ਦੀਪ ਸਿੰਘ ਜੀ, ਜਿਹੜੇ ਨਾ ਕੇਵਲ ਦਾਨੀ, ਸੂਰਮੇ, ਵਿਦਵਾਨ ਅਤੇ ਜਰਨੈਲ ਸਨ, ਬਲਕਿ ਉਹਨਾਂ ਨੇ ਜਿਹੜਾ ਪਹਿਲਾ ਪਾਠ, ਜਿਹੜਾ ਪਹਿਲਾ ਸਬਕ ਗੁਰੂ ਸਾਹਿਬ ਨੇ ਦਿੱਤਾ, ਉਸ ਦੇ ਉੱਤੇ ਪੂਰੀ ਤਰ੍ਹਾਂ ਤੁਰ ਕੇ ਵਿਖਾਇਆ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਸਬਕ ਦਿੱਤਾ ਸੀ, ਪਹਿਲਾ ਮਰਨ ਕਬੂਲ ਜੀਵਨ ਕੀ ਛਡਾਸ, ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਬਾਬਾ ਦੀਪ ਸਿੰਘ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਕਰਦਿਆਂ ਹੋਇਆਂ 75 ਸਾਲ ਦੀ ਉਮਰ ਦੇ ਵਿੱਚ 15 ਸੇਰ ਪੱਕੇ ਦਾ ਖੰਡਾ, 2 ਤਾਰਾ ਖੰਡਾ ਉਹਨਾਂ ਨੇ ਵਾਹਿਆ, ਲਕੀਰ ਖਿੱਚੀ ਕਿ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਰਾਖੀ ਲਈ ਸ਼ਹਾਦਤਾਂ ਦੇਣੀਆਂ ਹਨ, ਉਹ ਇਸ ਪਾਸੇ ਆ ਜਾਓ। ਬਾਬਾ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਉਹਨਾਂ ਦਾ ਸੀਸ ਡਿੱਗਾ, ਧੜ ਉਸ ਤੋਂ ਕਾਫੀ ਪਿੱਛੇ ਡਿੱਗਾ। ਚੁੰਡ ਨਿਕਲਦੇ ਜਦੋਂ ਪਰਵਾਨਿਆਂ ਦੇ, ਦੁਨੀਆ ਪਰਖਦੀ ਸ਼ਮਾ ਤੇ ਸੜੇ ਕਿੰਨੇ। ਇਹ ਨਹੀਂ ਦੇਖਿਆ ਜਾਂਦਾ ਕਿ ਕਿਤਨੇ ਨਿਕਲ ਗਏ, ਕਿਤਨੇ ਭੱਜ ਗਏ, ਕਿਤਨੇ ਦੌੜ ਗਏ। ਗਿਣਤੀ ਹੁੰਦੀ ਹੈ ਅੜੇ ਕਿੰਨੇ, ਝੜੇ ਕਿੰਨੇ, ਸੜੇ ਕਿੰਨੇ। ਸ਼ਾਇਦ ਪ੍ਰੀਤਮ ਸਿੰਘ ਕਾਸਦ, ਅਗਰ ਮੈਂ ਗਲਤੀ ਨਾ ਕਰਾਂ, ਉਹਨਾਂ ਦੀਆਂ ਇਹ ਤੁਕਾਂ ਬਹੁਤ ਕਮਾਲ ਦੀਆਂ। ਚੁੰਡ ਨਿਕਲਦੇ ਜਦੋਂ ਪਰਵਾਨਿਆਂ ਦੇ, ਦੁਨੀਆ ਪਰਖਦੀ ਸ਼ਮਾ ਤੇ ਸੜੇ ਕਿੰਨੇ। ਦੇਗੀ ਕੜੇ ਕਿੰਨੇ, ਸੂਲੀ ਚੜੇ ਕਿੰਨੇ, ਗਏ ਵਿੱਚ ਦੀਵਾਰਾਂ ਦੇ ਮੜੇ ਕਿੰਨੇ। ਅਸੀਂ ਅੱਜ ਵੀ ਮੀਰ ਹਾਂ ਆਸ਼ਕਾਂ ਦੇ, ਆਪਣੇ ਯਾਰ ਦੀ ਰਮਜ਼ ਪਛਾਣਦੇ ਹਾਂ। ਅਸੀਂ ਅੱਜ ਵੀ ਤਲੀ ਤੇ ਸੀਸ ਧਰ ਕੇ ਗਲੀ ਯਾਰ ਦੀ ਪਹੁੰਚਣਾ ਜਾਣਦੇ ਹਾਂ। ਗਿਣਤੀ ਉਹਨਾਂ ਦੀ ਹੁੰਦੀ ਹੈ ਜਿਹੜੇ ਉਸ ਮਾਰਗ ਦੇ ਉੱਤੇ ਤੁਰਦੇ ਹਨ। ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੇ ਇਸ ਮੰਜ਼ਲੇ ਇਸ਼ਕ ਨੂੰ ਇਸ ਢੰਗ ਦੇ ਨਾਲ ਪੂਰਾ ਕੀਤਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਜਿਹੜੇ ਲਫ਼ਜ਼ ਲਿਖੇ ਸੀ ਕਿ ਮੰਜ਼ਲੇ ਇਸ਼ਕ ਦਰਾਜ਼ ਅਸਤ, ਇਹ ਜੋ ਇਸ਼ਕ ਦੀ ਮੰਜ਼ਲ ਹੈ, ਇਹ ਬਹੁਤ ਔਖੀ ਹੈ। ਇਹਨਾਂ ਕਦਮਾਂ ਦੇ ਨਾਲ ਨਹੀਂ ਤੁਰੀ ਜਾਣੀ, ਇਸ ਦੇ ਲਈ ਤਾਂ ਸਿਰ ਨੂੰ ਪੈਰ ਬਣਾਉਣੇ ਪੈਣੇ ਹਨ। ਮੰਜ਼ਲੇ ਇਸ਼ਕ ਦਰਾਜ਼ ਅਸਤ, ਬਪਾ ਨਤਵਾਂ ਰਫਤ, ਸਰ ਕਦਮ ਸਾਜ਼, ਤਾਂ ਦਰ ਰਹਿ ਆ ਯਾਰ ਸ਼ਵੀ, ਤਾਂ ਇਸ ਯਾਰ ਦੀ ਗਲੀ ਤੇ ਪਹੁੰਚਿਆ ਜਾ ਸਕਦਾ ਹੈ। ਔਰ ਨਾਲ ਹੀ ਉਹਨਾਂ ਨੇ ਇੱਕ ਗੱਲ ਹੋਰ ਕਹਿ ਦਿੱਤੀ, ਕਹਿੰਦੇ ਹੈ ਕਿ ਪੱਕੀ ਗੱਲ ਹੈ, ਹੇ ਸਤਿਗੁਰੂ ਜੀ, ਤੇਰੇ ਸ਼ੌਕ ਦੇ ਕਾਰਨ ਤੇਰੇ ਪਰਵਾਨਿਆਂ ਨੇ ਆਪਣੇ ਸਿਰ ਨੂੰ ਪੈਰ ਬਣਾ ਕੇ ਉਸ ਦੇ ਰਾਹੀਂ ਤੁਰ ਰਹੇ ਹਨ ਤੇ 9 ਆਸਮਾਨਾਂ ਦੇ ਉੱਤੇ ਝੰਡੇ ਗੱਡ ਲਏ। ਉਹਨਾਂ ਦਾ ਇਸ ਸੰਸਾਰ ਤੇ ਆਉਣਾ ਵੀ ਸਫਲ ਹੈ ਤੇ ਜਾਣਾ ਵੀ ਮੁਬਾਰਕ ਹੈ। ਉਹਨਾਂ ਨੇ ਤੇਰੀ ਮੰਜ਼ਿਲ ਦਾ ਰਾਹ ਪਛਾਣ ਲਿਆ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਹਨ, ਹਰ ਕਸ ਜ਼ੇ ਸ਼ੌਕੇ ਤੂ ਕਦਮ ਅਸਰ ਸਾਖਤ, ਬਰ 9 ਤਬਕ ਚਰਖੇ ਆਲਮ ਸਰ ਅਫਰਾਖਤ। ਉਹਨਾਂ ਨੇ 9 ਤਬਕ 9 ਤਬਕ ਜਿਹੜੇ ਹਨ, 9 ਆਕਾਸ਼ ਸਰ ਕਰ ਲਏ ਹਨ। ਸ਼ੁੱਧ ਆਮਦਨਸ਼ ਮੁਬਾਰਕ ਰਫਤਨ ਹਮ
ਗੋਇਆ ਆਕਰ ਕਿਰਾਏ ਹੱਕ ਰਾ ਬਿਸ਼ਨਾਖਤ। ਉਹਨਾਂ ਨੇ ਆਪਣੇ ਮਾਲਕ ਦੀ ਮੰਜ਼ਿਲ ਦਾ ਰਾਹ ਪਛਾਣ ਲਿਆ। ਉਹਨਾਂ ਦਾ ਆਉਣਾ ਵੀ ਸਫਲ ਹੈ, ਮੁਬਾਰਕ ਹੈ, ਤੇ ਉਹਨਾਂ ਦਾ ਇੱਥੋਂ ਜਾਣਾ ਵੀ ਸਫਲ ਹੈ। ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਹੋਇਆ। 1757 ਦੇ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ, ਦਰਬਾਰ ਸਾਹਿਬ ਦੀ ਬੇਹੁਰਮਤੀ ਕੀਤੀ, ਬਾਬਾ ਦੀਪ ਸਿੰਘ ਜੀ ਆਪਣੇ ਪਿੰਡੋਂ ਨਿਕਲੇ ਔਰ ਉਹਨਾਂ ਨੇ ਇੱਕ ਲਕੀਰ ਖਿੱਚੀ ਕਿ ਜਿਹੜੇ ਉਹਨਾਂ ਦੇ ਨਾਲ ਸ਼ਹੀਦ ਹੋਣਾ ਚਾਹੁੰਦੇ ਹਨ ਉਹ ਨਿਕਲਣ। ਬਾਬਾ ਦੀਪ ਸਿੰਘ ਜੀ ਬਚਪਨ ਤੋਂ ਛੋਟੀ ਉਮਰੇ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਆਏ। ਇਹਨਾਂ ਦੇ ਮਾਤਾ ਔਰ ਪਿਤਾ, ਮਾਤਾ ਜਿਉਣੀ ਤੇ ਪਿਤਾ ਭਗਤਾ ਜੀ ਨੇ ਇਹਨਾਂ ਦਾ ਨਾਂ ਦੀਪਾ ਰੱਖਿਆ ਸੀ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਜਿਸ ਵੇਲੇ ਆਏ ਫਿਰ ਉੱਥੋਂ ਦੇ ਹੀ ਹੋ ਕੇ ਰਹਿ ਗਏ। ਬਾਬਾ ਦੀਪ ਸਿੰਘ ਜੀ ਨੇ ਵਿਦਿਆ ਹਾਸਲ ਕੀਤੀ, ਸ਼ਸਤਰ ਵਿਦਿਆ ਹਾਸਲ ਕੀਤੀ ਔਰ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨੂੰ ਲਿਖਵਾਉਣਾ ਸ਼ੁਰੂ ਕੀਤਾ ਤਾਂ ਬਾਬਾ ਦੀਪ ਸਿੰਘ ਜੀ ਲਿਖਾਰੀ ਦਾ ਕੰਮ ਵੀ ਕਰਦੇ ਰਹੇ। ਬਾਬਾ ਜੀ ਨੇ 4 ਬੀੜਾਂ ਲਿਖੀਆਂ, ਹੱਥੀਂ ਲਿਖੀਆਂ, ਔਰ ਪ੍ਰਾਪਤ ਤਾਂ ਨਹੀਂ ਹੈ ਪਰ ਹਵਾਲਿਆਂ ਦੇ ਵਿੱਚ ਮਿਲਦਾ ਹੈ ਬਾਬਾ ਜੀ ਨੇ ਇੱਕ ਬੀੜ ਅਰਬੀ ਦੇ ਵਿੱਚ ਵੀ ਲਿਖੀ ਸੀ। ਨਾ ਕੇਵਲ ਵਿਦਿਅਕ ਤੌਰ ਦੇ ਉੱਤੇ ਬਲਕਿ ਜਿਹੜੀਆਂ 12 ਮਿਸਲਾਂ ਪੰਥ ਨੇ ਤਿਆਰ ਹੋਈਆਂ ਉਹਨਾਂ ਦੇ ਸ਼ਹੀਦੀ ਮਿਸਲ ਦੇ ਮੁਖੀ ਬਾਬਾ ਦੀਪ ਸਿੰਘ ਜੀ ਨੂੰ ਥਾਪਿਆ ਗਿਆ। ਇਹਨਾਂ ਦਾ ਉਹ ਜਿਹੜਾ ਖੰਡਾ ਸੀ ਉਹ 32 ਪਾਉਂਡ ਦਾ ਖੰਡਾ ਸੀ ਜਿਹੜਾ ਉਹਨਾਂ ਨੇ ਵਾਇਆ। ਇਤਿਹਾਸ ਵਿੱਚ ਅੰਕਿਤ ਹੈ ਕਿ ਉਸ ਤੋਂ ਪਹਿਲੇ ਮੰਜ਼ਿਲ ਤੋਂ ਪਹੁੰਚਣ ਤੋਂ ਪਹਿਲੇ ਹੀ ਇਹਨਾਂ ਦਾ ਸੀਸ ਤਕਰੀਬਨ ਵੱਖ ਹੋ ਗਿਆ। ਕਿਸੇ ਸਿੱਖ ਨੇ ਆਵਾਜ਼ ਦਿੱਤੀ, ਪ੍ਰਣ ਤੁਮਾਰਾ ਦੀਪ ਸਿੰਘ ਰਹਿਓ ਸੋਤੇ ਦੋਏ ਕੋਸ ਤੇ ਇਸਥੋਂ, ਉਹ ਤਾਂ 2 ਕੋਸ ਦੇ ਉੱਤੇ ਹੈ। ਬਾਬਾ ਜੀ ਨੇ ਹੌਸਲੇ ਨਾਲ ਆਪਣੇ ਉਸ ਤੜ ਦੇ ਨਾਲ ਹੀ ਉਹਨਾਂ ਨੇ ਖੰਡਾ ਵਾਇਆ ਔਰ ਲੜਦਿਆਂ ਹੋਇਆਂ ਸੀਸ ਦਰਬਾਰ ਸਾਹਿਬ ਦੇ ਪਰਕਰਮਾਂ ਵਿੱਚ ਡਿੱਗਾ ਔਰ ਤੜ ਜਿਹੜਾ ਪਿੱਛੇ ਡਿੱਗਾ। ਔਰ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਤੇ ਹੇਤ ਦੀਨ ਕੇ ਹੇਤ ਦੇ ਅਨੁਸਾਰ ਬਾਬਾ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ 75 ਸਾਲ ਦੀ ਉਮਰ ਦੇ ਵਿੱਚ। ਔਰ ਇਹ ਦੱਸ ਦਿੱਤਾ ਕਿ ਹਰਮੰਦਰ ਸਾਹਿਬ ਦੇ ਲਈ, ਸਿੱਖ ਦੇ ਲਈ ਕੀ ਮਤਲਬ ਹੈ। ਹਰਮੰਦਰ ਸਾਹਿਬ ਦੀ ਰਾਖੀ ਲਈ, ਹਰਮੰਦਰ ਸਾਹਿਬ ਦੀ ਬੇਹੁਰਮਤੀ ਲਈ ਅਗਰ ਕੋਈ ਕਰਦਾ ਹੈ ਤਾਂ ਉਸ ਦਾ ਜਵਾਬ ਕਿਵੇਂ ਹੈ। ਇਹ ਬਾਬਾ ਜੀ ਦੀ ਬਹੁਤ ਵੱਡੀ ਦੇਣ ਹੈ। ਬਾਬਾ ਦੀਪ ਸਿੰਘ ਇੱਕ ਚਾਨਣ ਮੁਨਾਰਾ ਹੈ ਜਿਨ੍ਹਾਂ ਨੇ ਇਹ ਸ਼ਹੀਦੀ ਬਹੁਤ ਹੀ ਕਮਾਲ ਤਰੀਕੇ ਦੇ ਨਾਲ ਔਰ ਇਸ ਵੱਡੀ ਉਮਰ ਦੇ ਵਿੱਚ ਦਿੱਤੀ। ਔਰ ਸ਼ਾਇਦ ਇਸੇ ਦੇ ਉੱਤੇ ਹੀ ਬਾਅਦ ਵਿੱਚ ਪੂਰਨੇ ਪਾਉਂਦਿਆਂ ਹੋਇਆਂ ਜਿਹੜਾ ਮੱਸਾ ਰੰਗੜ ਦਾ ਵਾਰਤਾ ਹੋਈ ਜਿਸ ਦੇ ਬਾਰੇ ਲਿਖਿਆ, ਹਰਮੰਦਰ ਵਿੱਚ ਡਾਇਆ ਮੰਜਾ ਡਰ ਪਉ ਮੇਰਾ ਲੱਥਾ ਓਕਾ, ਤੇਗ ਮੇਰੀ ਤੋਂ ਡਰਦੇ ਮਾਰੇ ਜਾਂ ਝਲਾ ਵਿੱਚ ਸਿੰਘ ਹੈ ਲੁੱਕਾ, ਜਾਮ ਪਿਆ ਹੁਣ ਨੱਚ ਨਚਾਰੀਏ ਹਰ ਦੇ ਘਰ ਮੇਰਾ ਗੁੜ ਕੇ ਹੁੱਕਾ, ਝੂਮ ਝੂਮਿਓ ਆਖ ਰਿਹਾ ਸੀ ਮੱਸਾ ਰੰਗੜ ਮਦ ਵਿੱਚ ਚੂਰ, ਉਹ ਝਟਕਾਇਆ ਸਿੰਘਾਂ ਆ ਕੇ ਹੱਕੀ ਬੱਕੀ ਰਹਿ ਗਈ ਹੂਰ। ਸੋ ਹਰਮੰਦਰ ਸਾਹਿਬ ਔਰ ਬਾਬਾ ਜੀ ਦੇ ਜਨਮ ਦਿਨ ਦੀ ਹਰਮੰਦਰ ਸਾਹਿਬ ਦੀ ਰਾਖੀ ਲਈ ਬਾਬਾ ਦੀਪ ਸਿੰਘ ਜੀ ਨੇ ਜਿਹੜੀ ਕੁਰਬਾਨੀ ਦਿੱਤੀ ਉਸ ਨੂੰ ਨਮਨ ਕਰਦਿਆਂ ਹੋਇਆਂ ਬਾਬਾ ਜੀ ਦੇ ਜਨਮ ਦਿਨ ਦੀ ਬਹੁਤ ਮੁਬਾਰਕ ਹੈ। ਸਮਾਂ ਹੈ ਇੱਕ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੋਵਾਂਗੇ ਔਰ ਭਾਰਤ ਦੇ ਸੰਵਿਧਾਨ ਦੇ ਬਾਰੇ ਬਹੁਤ ਸੰਖੇਪ ਵਿੱਚ ਗੱਲਬਾਤ ਕਰਾਂਗੇ, ਕੁਝ ਜਾਣਕਾਰੀ ਦਿਆਂਗੇ ਔਰ ਤੁਹਾਡੇ ਤੋਂ ਆਸ ਹੈ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਦੇਣਾ, ਨਾਲ ਅਸੀਂ ਤੁਹਾਡੇ ਵਿਚਾਰ ਵੀ ਲਵਾਂਗੇ। ਟੈਕਸ ਪ੍ਰੋਬਲਮ? ਨੋ ਪ੍ਰੋਬਲਮ। ਕੰਪਿਊਟੈਕਸ ਆਈਐਨਸੀ ਆਓ ਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ। ਕੰਪਿਊਟੈਕਸ ਆਈਐਨਸੀ ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ, ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਸ, ਐਮਟੀਏ ਟੈਕਸਸ, ਵਰਕਰਸ ਕੰਪਨਸੇਸ਼ਨ, ਬੁੱਕ ਕੀਪਿੰਗ ਆਦਿ ਵੀ ਕਰਦੇ ਹਾਂ। ਕੰਪਿਊਟੈਕਸ ਆਈਐਨਸੀ ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 20 ਸਾਲਾਂ ਦਾ ਤਜਰਬਾ,
We cover all 50 states. ਅਸੀਂ ਪੰਜਾਬੀ, ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 7183715555 7184265695। ਲਾਅ ਗਰੁੱਪ ਤਜਰਬੇਕਾਰ ਵਕੀਲਾਂ ਦੀ ਟੀਮ ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇੰਕਲੂਡਿੰਗ ਅਸਾਈਲਮ, ਡਿਪੋਰਟੇਸ਼ਨ, ਡਿਫੈਂਸ, ਫੈਮਿਲੀ, ਐਮਪਲੋਇਮੈਂਟ ਐਂਡ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ। ਇੱਥੇ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਵੇਂ ਵਾਇਓਲੇਸ਼ਨ, ਟੈਕਸੀ, ਲਿਮੋਜ਼ਿਨ ਕਮਿਸ਼ਨ ਦੇ ਮਾਮਲੇ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ, ਡਾਈਵੋਰਸ ਕੇਸਿਸ, ਵਿਲ ਅਤੇ ਟਰਸਟ ਰਿਲੇਟਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ। ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ। AJZE 4523। ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟਸ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ। ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 888824 7227 ਅਤੇ 917728 0049। Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. गुरु की आशे चलिए अपना जीवन सफल बनाइए। आओ गुरु की आशे चलिए अपना जीवन सफल बनाइए। अपना जीवन सफल बनाइए। शेर व्हाइट होल व्हीट आटा फाइबर वाला। शेर व्हाइट होल व्हीट आटा फाइबर वाला हार्ट एंड स्ट्रोक फाउंडेशन और होल ग्रेन काउंसिल से अप्रूव। आपका हाजमा करे बढ़िया, कोलेस्ट्रॉल और वेट कंट्रोल में करे आपकी मदद और हार्ट डिजीज से आपको रखे सुरक्षित। शेर व्हाइट होल व्हीट आटा। शेर आटा घर लाओ। पप्पू स्वीट्स, वाह बई वाह। ਅਸੀਂ ਕਰਦੇ ਹਾਂ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਖਾਣੇ ਦੀ ਕੇਟਰਿੰਗ। ਮਿਠਾਈਆਂ $3.99 a pound. Always fresh buffet. Sitting capacity for 50 people. Occasion चाहे कोई भी होवे, याद रखो पप्पू स्वीट्स। For more information, call Puppu Sweets. We are located at major intersection, William Parkway, Cressler Drive. ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਜਿਵੇਂ ਅਸੀਂ ਤੁਹਾਨੂੰ ਅਰਜ਼ ਕੀਤੀ ਹੈ ਕਿ ਅਸੀਂ ਅੱਜ ਭਾਰਤ ਦੇ ਸੰਵਿਧਾਨ ਦੇ ਬਾਰੇ ਬਹੁਤ ਹੀ ਸੰਖੇਪ ਵਿੱਚ ਤੁਹਾਨੂੰ ਜਾਣਕਾਰੀ ਦੇਣੀ ਚਾਹਾਂਗੇ ਤਾਂ ਕਿ ਸਾਨੂੰ ਪਤਾ ਹੋਏ ਕਿ ਇਸ ਦੇ ਵਿੱਚ ਕੀ ਹੈਗਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਭਾਰਤ ਦਾ ਸੰਵਿਧਾਨ ਸ਼ਾਇਦ ਦੁਨੀਆ ਦੇ ਸਭ ਤੋਂ ਵੱਡੇ ਸੰਵਿਧਾਨਾਂ ਵਿੱਚੋਂ ਹੈ, ਯਾਨੀ ਕਿ ਇਹਦਾ ਵੋਲੀਅਮ ਜਾਂ ਇਹਦੀਆਂ ਧਾਰਾਵਾਂ
ਬਹੁਤ ਜ਼ਿਆਦਾ ਹਨ, ਜਿਹਦੇ ਵਿੱਚ 448 ਆਰਟੀਕਲ ਹਨ। ਇੰਨਾ ਲੰਬਾ ਚੌੜਾ ਵਿਧਾਨ ਹੈ ਔਰ ਜਿਹਦੇ ਵਿੱਚ 25 ਪਾਰਟਸ ਹਨ ਔਰ 12 ਸ਼ਡਿਊਲ ਹਨ। ਔਰ ਇਸ ਤੋਂ ਇਲਾਵਾ ਇਸ ਦੀਆਂ 98 ਵਾਰ ਅਮੈਂਡਮੈਂਟ ਹੋ ਚੁੱਕੀਆਂ ਹਨ। ਇਹ ਵੀ ਬਹੁਤ ਵੱਡੀ ਗੱਲ ਹੈ, ਯਾਨੀ ਕਿ ਜਿੱਥੇ ਵੀ ਲੋੜ ਪੈਂਦੀ ਹੈ ਹੁਕਮਰਾਨਾਂ ਨੂੰ, ਸਰਕਾਰ ਨੂੰ ਜਿੱਥੇ ਵੀ ਜ਼ਰੂਰਤ ਪੈਂਦੀ ਹੈ, ਉਹ ਆਪਣੇ ਆਪ ਨੂੰ ਸੰਵਿਧਾਨ ਦੇ ਮੁਤਾਬਕ ਐਡਜਸਟ ਕਰਨ ਦੀ ਬਜਾਏ ਲੋੜ ਮੁਤਾਬਕ ਸੰਵਿਧਾਨ ਦੇ ਵਿੱਚ ਹੀ ਤਰਮੀਮ ਕਰ ਲੈਂਦੇ ਹਨ, ਉਸ ਦੇ ਵਿੱਚ ਅਮੈਂਡਮੈਂਟ ਹੋ ਜਾਂਦੀਆਂ ਹਨ। ਇਹ 98 ਤਰਮੀਮਾਂ ਅਮੈਂਡਮੈਂਟਸ ਜਿਹੜੀਆਂ ਹੈ 120 ਕਾਂਸਟੀਟਿਊਸ਼ਨ ਅਮੈਂਡਮੈਂਟ ਬਿੱਲ ਲਿਆ ਕੇ ਕੀਤੀਆਂ ਗਈਆਂ ਹਨ। ਸੋ ਇਤਨੀ ਵਾਰ ਇਸ ਸੰਵਿਧਾਨ ਦੇ ਵਿੱਚ ਅਦਲਾ ਬਦਲੀ ਜਾਂ ਜਿਸ ਨੂੰ ਕਿਹਾ ਜਾਏ ਛੇੜਛਾੜ ਵੀ ਕੀਤੀ ਗਈ। ਸੰਵਿਧਾਨ ਜੋ ਓਰੀਜਨਲ ਬਣਿਆ ਸੀ ਉਸ ਦੇ ਵਿੱਚ ਬਹੁਤ ਹੀ ਤਬਦੀਲੀ ਆ ਚੁੱਕੀ ਹੈ। ਹਾਲਾਂਕਿ ਓਰੀਜਨਲ ਡਾਕਟਰ ਬਾਬਾ ਰਾਓ ਅੰਬੇਦਕਰ ਜੀ ਨੇ ਉਹਨਾਂ ਨੂੰ ਮੰਨਿਆ ਜਾਂਦਾ ਹੈ, ਕਿਉਂਕਿ ਉਹਨਾਂ ਦੀ ਕਾਫੀ ਦੇਣ ਹੈ ਔਰ ਇਸ ਦੇ ਨਿਰਮਾਤਾ ਉਹਨਾਂ ਨੂੰ ਆਮ ਤੌਰ ਦੇ ਉੱਤੇ ਮੰਨਿਆ ਜਾਂਦਾ ਹੈ। ਪਰ ਜਿਹੜੀ ਕਾਂਸਟੀਚੂਐਂਟ ਅਸੈਂਬਲੀ ਸੀ ਉਸ ਦੇ ਵਿੱਚ ਜਦੋਂ ਇਹ ਸੰਵਿਧਾਨ ਪੇਸ਼ ਕੀਤਾ ਗਿਆ, ਉਹਦੇ ਉੱਤੇ ਬਹਿਸ ਦੇ ਦੌਰਾਨ ਜਿਹੜੇ ਸਿੱਖ ਨੁਮਾਇੰਦੇ ਸਨ, ਸਾਧ ਜੋਗਿੰਦਰ ਸਿੰਘ ਮਾਨ ਤੇ ਸਰਦਾਰ ਹੁਕਮ ਸਿੰਘ, ਉਹਨਾਂ ਦੀ ਕੋਈ ਵੀ ਗੱਲ ਨਾ ਸੁਣੀ ਗਈ। ਜਿਹੜੇ ਵਾਅਦੇ ਕੀਤੇ ਗਏ ਸਨ ਉਹ ਨਾ ਮੰਨੇ ਗਏ। ਤਾਂ ਜਿਸ ਵੇਲੇ 26 ਜਨਵਰੀ 1950 ਨੂੰ ਇਹ ਪਾਸ ਕੀਤਾ ਗਿਆ ਤਾਂ ਉਸ ਵੇਲੇ ਸਰਦਾਰ ਹੁਕਮ ਸਿੰਘ ਤੇ ਸਾਧ ਜੋਗਿੰਦਰ ਸਿੰਘ ਮਾਨ ਨੇ ਇਸ ਸੰਵਿਧਾਨ ਦੇ ਉੱਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਅੱਜ ਹਿੰਦੁਸਤਾਨ ਆਜ਼ਾਦ ਹੈ, ਵਿਦੇਸ਼ੀ ਹੁਕਮਰਾਨਾਂ ਦੀ ਗੁਲਾਮੀ ਤੋਂ ਆਜ਼ਾਦ ਹੈ, ਪਰ ਜਿਹੜੀਆਂ ਘੱਟ ਗਿਣਤੀਆਂ ਨੂੰ, ਮਿਨੋਰਿਟੀਜ਼ ਨੂੰ ਪ੍ਰੋਟੈਕਸ਼ਨ ਦੇਣ ਦੀ, ਸੇਫਗਾਰਡਸ ਦੇਣ ਦੀ, ਉਹਨਾਂ ਦੀ ਡਿਵੈਲਪਮੈਂਟ ਦੀ, ਉਹਨਾਂ ਦੇ ਕਲਚਰ, ਉਹਨਾਂ ਦੀ ਬੋਲੀ ਔਰ ਉਹਨਾਂ ਦੇ ਧਰਮ ਦੀ ਜਿਹੜੀ ਗੱਲ ਕਰਨੀ ਚਾਹੀਦੀ ਸੀ ਉਹ ਨਹੀਂ ਕੀਤੀ ਗਈ ਹੈ, ਉਸ ਦੀ ਕੋਈ ਗਾਰੰਟੀ ਨਹੀਂ ਹੈ। ਇਸ ਕਰਕੇ ਉਹਨਾਂ ਨੇ ਇਸ ਸੰਵਿਧਾਨ ਦੇ ਉੱਤੇ ਇਨਕਾਰ ਕਰ ਦਿੱਤਾ। ਬਾਅਦ ਵਿੱਚ ਵੀ ਜਦੋਂ ਮੋਰਚਾ ਲੱਗਾ, ਧਰਮ ਯੁੱਧ ਮੋਰਚੇ ਦੇ ਦੌਰਾਨ ਵੀ ਸਾਹ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੇ ਧਾਰਾ 25, ਜਿਸ ਦੇ ਉੱਤੇ ਬਹੁਤ ਇਤਰਾਜ਼ ਕੀਤਾ ਜਾਂਦਾ ਹੈ ਕਿ ਇਹ ਸਿੱਖਾਂ ਦੀ ਵੱਖਰੀ ਹੋਂਦ ਨੂੰ ਪ੍ਰਵਾਨ ਨਹੀਂ ਕਰਦੀ, ਉਸ ਦੇ ਉੱਤੇ ਉਸ ਨੂੰ ਦਿੱਲੀ ਦੇ ਵਿੱਚ ਉਸ ਧਾਰਾ ਨੂੰ ਜਲਾਇਆ ਵੀ ਗਿਆ, ਸਾੜਿਆ ਵੀ ਗਿਆ ਸੀ। ਖੈਰ, ਇਹ ਤਾਂ ਇਸ ਦਾ ਪਿਛੋਕੜ ਹੈ ਸੰਖੇਪ ਦੇ ਵਿੱਚ, ਪਰ ਇਸ ਦੀਆਂ ਕੁਝ ਕੁ ਮੱਦਾਂ ਜਿਹੜੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਹਨ ਔਰ ਤੁਸੀਂ ਆਪਣੇ ਵਿਚਾਰ ਇਹ ਹੈ ਕਿ ਪ੍ਰੀਐਂਬਲ ਹੁੰਦਾ ਹੈ ਬੁਨਿਆਦ ਜਾਂ ਭੂਮਿਕਾ। ਕਿਸੇ ਵੀ ਸੰਵਿਧਾਨ ਦੀ ਭੂਮਿਕਾ ਜਿਹੜੀ ਹੈ ਉਹ ਉਸ ਦੀ ਨੀਂਹ ਮੰਨੀ ਜਾਂਦੀ ਹੈ। ਸ਼ਾਇਦ ਇਹ ਪਹਿਲਾ ਸੰਵਿਧਾਨ ਹੋਏਗਾ ਭਾਰਤ ਦਾ ਜਿਸ ਦੇ ਵਿੱਚ ਪਹਿਲੀ ਦਫਾ ਪ੍ਰੀਐਂਬਲ ਨੂੰ ਹੀ ਉਹਦੇ ਵਿੱਚ ਤਬਦੀਲੀ ਕੀਤੀ ਗਈ। 3 ਜਨਵਰੀ 1977 ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ 2 ਲਫ਼ਜ਼ ਪ੍ਰੀਐਂਬਲ ਦੇ ਵਿੱਚ ਬਾਅਦ ਵਿੱਚ ਪਾਏ, ਜਿਹੜਾ ਕਿ ਸੋਸ਼ਲਿਸਟ ਔਰ ਸੈਕੂਲਰ। ਇਹ ਲਫ਼ਜ਼ ਓਰੀਜਨਲ ਨਹੀਂ ਸਨ, ਇਹ 1977 ਦੇ ਵਿੱਚ ਪਾਏ। ਸਿੱਧੀ ਪੱਧਰੀ ਉਸ ਵੇਲੇ ਜਿਹੜੀ ਗੱਲ ਚੁੱਕੀ ਗਈ ਸੀ ਕਿ ਸੋਸ਼ਲਿਸਟ ਲਫ਼ਜ਼ ਰਸ਼ੀਆ ਦੇ ਨਾਲ, ਰੂਸ ਦੇ ਨਾਲ ਨਿਗਤਾ ਔਰ ਨੇੜਤਾ ਹੋਣ ਦੇ ਕਰਕੇ ਇਹ ਲਫ਼ਜ਼ ਪਾਇਆ ਗਿਆ ਔਰ ਜਿਸ ਤਰ੍ਹਾਂ ਦਾ ਮਾਹੌਲ ਸੀ ਦੇਸ਼ ਦੇ ਵਿੱਚ, ਇਹ ਸੈਕੂਲਰ ਲਫ਼ਜ਼ ਵੀ ਬਾਅਦ ਵਿੱਚ ਪਾਇਆ ਗਿਆ ਕਿ ਕੇਵਲ ਲਫ਼ਜ਼ਾਂ ਦੇ ਨਾਲ ਹੀ ਉਸ ਦੇ ਉੱਤੇ ਅਮਲ ਹੋ ਸਕਦਾ ਹੈ। ਇਹ ਬਿਲਕੁਲ ਸਪਸ਼ਟ ਹੈ। ਸਭ ਤੋਂ ਪਹਿਲੀ ਜਿਹੜੀ ਧਾਰਾ ਹੈ ਇਸ ਸੰਵਿਧਾਨ ਦੀ, ਉਹ ਆਰਟੀਕਲ, ਇਹਨਾਂ ਨੂੰ ਸੈਕਸ਼ਨ ਨਹੀਂ ਕਿਹਾ ਜਾਂਦਾ, ਆਰਟੀਕਲ ਕਿਹਾ ਜਾਂਦਾ ਹੈ। ਪਹਿਲੀ ਆਰਟੀਕਲ ਜਿਹੜਾ ਆਰਟੀਕਲ 1, ਉਹਦੇ ਵਿੱਚ ਲਿਖਿਆ ਹੈ ਇੰਡੀਆ ਦੈਟ ਇਜ਼ ਭਾਰਤ ਸ਼ੈਲ ਬੀ ਏ ਯੂਨੀਅਨ ਆਫ ਸਟੇਟਸ। ਇਹ ਬੜੀ ਹੀ ਇੱਕ ਦਿਲਚਸਪ ਟਿੱਪਣੀ ਹੈ, ਇੱਕ ਦਿਲਚਸਪ ਜਾਣਕਾਰੀ ਹੋਏਗੀ ਕਿ ਇੰਡੀਆ ਇਜ਼ ਏ ਯੂਨੀਅਨ ਆਫ ਸਟੇਟਸ। 2 ਚੀਜ਼ਾਂ ਹੁੰਦੀਆਂ, ਇੱਕ ਯੂਨੀਅਨ ਹੁੰਦਾ ਹੈ, ਇੱਕ ਸੈਂਟਰ ਹੁੰਦਾ ਹੈ। ਯੂਨੀਅਨ ਹੁੰਦਾ ਹੈ ਜਦੋਂ ਕੁਝ
ਯੂਨਿਟਸ ਮਿਲ ਕੇ ਇਕੱਠੀਆਂ ਹੋ ਜਾਣ ਤਾਂ ਉਹ ਯੂਨੀਅਨ ਬਣਦੀ ਹੈ। ਜਿਵੇਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੈ, ਇਹ ਕੁਝ ਸਟੇਟਾਂ ਯੂਨਾਈਟ ਹੋ ਕੇ ਇੱਕ ਮੁਲਕ ਬਣ ਗਿਆ। ਬਿਲਕੁਲ ਇਸੇ ਤਰ੍ਹਾਂ ਹੀ ਭਾਰਤ ਨੂੰ ਵੀ ਯੂਨੀਅਨ ਆਫ ਸਟੇਟਸ ਕਿਹਾ ਗਿਆ ਸੀ। ਵੱਖ-ਵੱਖ ਸਟੇਟਾਂ ਹੈ, ਇਹਨਾਂ ਦੀ ਇੱਕ ਯੂਨੀਅਨ ਬਣਾ ਦਿੱਤੀ ਗਈ। ਐਂਟੀ ਰਾਮਾ ਰਾਓ ਤਾਈਓ ਕਿਹਾ ਕਰਦਾ ਸੀ ਕਿ ਸੈਂਟਰ ਇਜ਼ ਅ ਮਿਥ, ਦੇयर ਇਜ਼ नो ਸੈਂਟਰ। ਸਟੇਟਾਂ ਮਿਲ ਕੇ ਇੱਕ ਮੁਲਕ ਬਣਾਉਂਦੀਆਂ ਹਨ, ਸੈਂਟਰ ਕੋਈ ਵੀ ਨਹੀਂ ਹੈ, ਇਹ ਯੂਨੀਅਨ ਹੈ। ਔਰ ਇਸੇ ਕਰਕੇ यूटी ਕਿਹਾ ਜਾਂਦਾ ਹੈ, ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਕਿਹਾ ਜਾਂਦਾ ਹੈ। ਜਦੋਂ ਵੀ ਕੋਈ ਕੋਰਟ ਦੇ ਵਿੱਚ ਵੀ ਜਦੋਂ ਮੁਕੱਦਮਾ ਜਾਏ ਜਾਂ ਕੁਛ ਜਾਏ ਤਾਂ ਉਸ ਦੇ ਵਿੱਚ ਜਿਹੜਾ ਲਫ਼ਜ਼ ਲਿਖਿਆ ਜਾਂਦਾ ਹੈ ਉਹਦੇ ਵਿੱਚ ਇਹੀ ਹੁੰਦਾ ਹੈ, ਸੋ ਐਂਡ ਸੋ ਵਰਸਸ ਯੂਨੀਅਨ ਆਫ ਇੰਡੀਆ। ਸੋ ਹੁਣ ਹੌਲੇ ਹੌਲੇ ਇਸ ਸਾਰੀ ਗੱਲ ਨੂੰ ਤਬਦੀਲ ਕਰਕੇ ਹਰ ਚੀਜ਼ ਨੂੰ ਸੈਂਟਰਲ ਕੀਤਾ ਜਾ ਰਿਹਾ ਹੈ। ਸੈਂਟਰ ਤੇ ਯੂਨੀਅਨ ਇੱਕ ਦੂਜੇ ਦੇ ਵਿਰੋਧ ਵਿੱਚ ਹੈ। ਇਸ ਨੂੰ ਅਸੀਂ ਥੋੜ੍ਹਾ ਜਿਹਾ ਵਿਸਥਾਰ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਾਂਗੇ, ਤੁਹਾਡੇ ਵਿਚਾਰ ਨਾਲ। ਹੈਲੋ ਹੈਲੋ, ਹਾਂਜੀ ਤੁਸੀਂ ਲਾਈਨ ਤੇ ਹੋ, ਕੌਣ ਬੋਲ ਰਹੇ ਜੀ? ਹੈਲੋ, ਬੇਨਤੀ ਹੈ ਜਦੋਂ ਤੁਸੀਂ ਫੋਨ ਕਰਦੇ ਹੋ ਤੇ ਆਪਣੇ ਟੀਵੀ ਦੀ ਆਵਾਜ਼ ਬੰਦ ਕਰ ਦਿਆ ਕਰੋ ਤਾਂ ਕਿ ਤੁਹਾਡੀ ਗੱਲ ਜਿਹੜੀ ਹੈ ਉਹ ਆ ਸਕੇ, ਨਹੀਂ ਤਾਂ ਉਹ ਲਾਈਨ ਕੱਟੀ ਜਾਂਦੀ। ਸੋ ਦੱਸਿਆ ਜਾ ਰਿਹਾ ਸੀ ਕਿ ਜਿਹੜਾ ਇੰਡੀਆ ਯੂਨੀਅਨ ਤੇ ਸੈਂਟਰ ਦੇ ਵਿੱਚ ਬੁਨਿਆਦੀ ਤੌਰ ਦੇ ਉੱਤੇ ਫਰਕ ਇਹ ਹੈ ਕਿ ਦੋਨੋਂ ਇੱਕ ਦੂਜੇ ਦੇ ਵਿਰੋਧੀ ਹਨ। ਯੂਨੀਅਨ ਜਿਹੜੀ ਹੈ ਕੁਝ ਯੂਨਿਟਸ ਇਕੱਠੀਆਂ ਹੋ ਕੇ ਯੂਨੀਅਨ ਬਣਾਉਂਦੇ ਹੈ, ਸੈਂਟਰ ਇੱਕ ਕਿਸਮ ਦਾ ਡਿਕਟੇਟੋਰੀਅਲ ਹੈ, ਉਹਦੇ ਵਿੱਚੋਂ ਕੁਝ ਯੂਨਿਟਸ ਨਿਕਲਦੀਆਂ ਹਨ। ਜਿਹੜਾ ਸੰਵਿਧਾਨ ਦੀ ਸਕੀਮ ਹੈ, ਇਹਦੀ ਭਾਵਨਾ ਹੈ ਇਹ ਸਟੇਟਾਂ ਨੇ ਇਕੱਠਿਆਂ ਹੋ ਕੇ ਯੂਨੀਅਨ ਬਣਾਈ ਹੈ। ਪਰ ਹੌਲੇ ਹੌਲੇ ਸੈਂਟਰ ਜਿਹੜੀ ਯੂਨੀਅਨ ਗਵਰਨਮੈਂਟ ਹੈ ਉਹ ਆਪਣੇ ਆਪ ਨੂੰ ਸੈਂਟਰਲ ਗਵਰਨਮੈਂਟ ਡਿਕਲੇਅਰ ਕਰ ਰਹੀ ਹੈ। ਸੈਂਟਰਲ ਹੈਲਥ ਸਕੀਮ, ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਸ, ਸੈਂਟਰਲ ਸਿਕਿਉਰਿਟੀ ਫੋਰਸ, ਯਾਨੀ ਕਿ ਉਹ ਯੂਨੀਅਨ ਦਾ ਕੰਸੈਪਟ ਹੌਲੇ ਹੌਲੇ ਸੈਂਟਰਲ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ। ਹੈਲੋ ਹੈਲੋ ਹੈਲੋ, ਹਾਂਜੀ ਕੌਣ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ ਲੰਬਾ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਲੰਬਾ ਸਾਹਿਬ, ਸਰ ਰਤਨ ਸਿੰਘ ਜੀ ਦਾ ਜਿਹੜਾ ਵਿਧਾਨ ਹੈਗਾ ਜੀ 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 ਇਹ ਤੇ ਹੈ ਸਭ ਤੋਂ ਵੱਡਾ। ਜੀ ਜੀ ਤੁਸੀਂ ਦੱਸਦੇ ਹੋ ਕਿ ਕੋਈ ਕੰਟਰੀ ਐਸੇ ਵੀ ਹੈਗੇ ਜਿਸ ਤਰ੍ਹਾਂ ਇੰਗਲੈਂਡ ਹੈਗਾ, ਉਹਦਾ ਅਨਰਿਟਨ ਹੀ ਹੈਗਾ। ਹਾਂਜੀ ਉੱਥੇ ਕੰਪੈਰੀਟਿਵਲੀ ਇਸ ਤੋਂ ਮਚ ਬੈਟਰ ਐਡਮਿਨਿਸਟ੍ਰੇਸ਼ਨ ਚੱਲ ਰਹੀ ਹੈਗੀ ਹੈ। ਇਹਨਾਂ ਦੇ ਕੋਲ ਏਡਾ ਵੱਡਾ ਵਿਧਾਨ ਹੋਣ ਕਰਕੇ ਵੀ ਸਭ ਤੋਂ ਨਲਾਇਕ ਐਡਮਿਨਿਸਟ੍ਰੇਸ਼ਨ ਹੈਗੀ ਹੈ। ਔਰ ਯੂਨੀਅਨ ਜਦਕਿ ਫੈਡਰਲ ਸਟੇਟਾਂ ਹੋਣੀਆਂ ਚਾਹੀਦੀਆਂ, ਉਹਨਾਂ ਨੂੰ ਆਜ਼ਾਦੀ ਹੋਣੀ ਚਾਹੀਦੀ। ਇਹਨਾਂ ਦਾ ਜਿਹੜਾ ਸਿਸਟਮ ਹੈਗਾ ਸੈਂਟਰਲਾਈਜੇਸ਼ਨ ਦਾ ਬੜਾ ਤੇਜ਼ੀ ਨਾਲ ਵੱਧ ਰਿਹਾ ਹੈਗਾ। ਤੇ ਜਿਹੜਾ ਆਪਣੇ ਕੇਜਰੀਵਾਲ ਦਾ ਮੁਹਿੰਮ ਹੈਗਾ, ਉਹਨਾਂ ਨੂੰ ਡੂ ਔਰ ਡਾਈ ਦਾ ਮਾਟੋ ਲੈ ਕੇ ਚੱਲਣਾ ਚਾਹੀਦਾ ਹੈਗਾ। ਉਹ ਇੱਕ ਦਿਨ ਜੇ ਇਸ ਤਰ੍ਹਾਂ ਚੱਲਣਗੇ ਤੇ ਇੱਕ ਦਿਨ ਜ਼ਰੂਰ ਸੱਚੇ ਰਾਸ਼ਟਰਪਿਤਾ ਹਿੰਦੁਸਤਾਨ ਦੇ ਬਣ ਸਕਣਗੇ। ਔਰ ਇਹ ਅੱਜ ਦੇ ਜਿਹੜੇ ਲੀਡਰ ਹੈਗੇ ਉਹਨਾਂ ਨਾਲੋਂ ਹਿੰਦੁਸਤਾਨ ਦੀ ਜਨਤਾ ਜ਼ਿਆਦਾ ਜਾਗਰੂਕ ਹੋ ਚੁੱਕੀ ਹੈਗੀ ਆ। ਇਹ ਲੋਕ ਜਿਹੜੇ ਹੈਗੇ ਆ ਇਹ 5 ਸਾਲ ਵੋਟਾਂ ਦੇ ਵੇਲੇ ਚੋਗਾ ਪਾ ਦਿੰਦੇ ਆ ਤਾਂ ਕਿ ਇਹ ਮਰ ਵੀ ਨਾ ਜਾਣ, ਸਾਨੂੰ ਵੋਟਾਂ ਵੀ ਪਾਉਣਗੇ, ਫਿਰ ਜਿੰਦਾ ਵੀ ਰਹਿਣ, ਕਿਉਂਕਿ ਸਾਨੂੰ ਦੁਬਾਰਾ ਇਹਨਾਂ ਲਈ ਰੀਇਲੈਕਟ ਕਰਨਾ। ਇਹ ਪਾਲਿਸੀ ਹਿੰਦੁਸਤਾਨ ਦੇ ਲੀਡਰਾਂ ਦੀ ਹੈਗੀ ਆ ਜਿਹੜੀ ਕਿ ਅੱਜ ਦੀ ਕ੍ਰਾਂਤੀ ਇਸ ਨੂੰ ਫੇਸ ਕਰ ਰਹੀ ਹੈ। ਦੇਖੋ ਲੈਟ ਅਸ ਸੀ ਵਿਚ ਵੇ ਦਾ ਵਿੰਡ ਬਲੋਜ਼ ਨਾਓ। ਠੀਕ ਹੈ, ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਸਮਾਂ ਹੈ ਇੱਕ ਵਕਫੇ ਦਾ, ਮੁੜ ਹਾਜ਼ਰ ਹੁੰਨੇ ਆ। ਤੁਸੀਂ ਆਪਣੇ ਵਿਚਾਰ ਜ਼ਰੂਰ ਦਰਜ ਕਰਾਓ। Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. हाथों की अपनी दास्तां होती है, कभी सृष्टि तो कभी विनाश।
ये देखती हैं, कभी ये सहारा तो कभी विश्वास, सदियों से ये खिलाए पीढ़ियों को निवाला। और हर निवाले में हो शक्ति भोग आटा। जब हाथों से खिलानी है 2 वक्त की रोटी तो वो जरूर हो शक्ति भोग आटे से बनी। अपने देश का नंबर 1 आटा। ओबामा केयर अनुसार 2014 ਦੇ ਸ਼ੁਰੂ ਤੋਂ ਅਮਰੀਕਨਸ ਲਈ ਹੈਲਥ ਇੰਸ਼ੋਰੈਂਸ ਕਰਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਕੋਈ ਹੈਲਥ ਇਸ਼ੂ ਹੈ ਤਦ ਵੀ ਇੰਸ਼ੋਰੈਂਸ ਕੰਪਨੀ ਵੱਲੋਂ ਇੰਸ਼ੋਰੈਂਸ ਦੇਣ ਲਈ ਤੁਹਾਨੂੰ ਮਨਾ ਨਹੀਂ ਕੀਤਾ ਜਾਏਗਾ। ਪੰਜਾਬ ਇੰਸ਼ੋਰੈਂਸ ਦੇ ਸਰਟੀਫਾਈਡ ਐਡਵਾਈਜ਼ਰ ਤੁਹਾਨੂੰ ਸਹੀ ਅਤੇ ਵਧੀਆ ਪਲਾਨ ਲੈਣ 'ਚ ਪੂਰੀ ਮਦਦ ਕਰਨਗੇ ਜਿਸ ਦੀ ਕੋਈ ਫੀਸ ਨਹੀਂ ਹੋਏਗੀ। ओबामा केयर विच एनरोल होने की डेडलाइन 31 मार्च 2014 है। सो अमेरिका के किसी भी शहर साडा प्रोग्राम देख रहे हो, ओबामा केयर हेल्थ इंश्योरेंस कराने लिए पंजाब इंश्योरेंस के नंबर पर हुणे कॉल करो। अपने देश की सभ्यता, अपने ही लोग, अपनी मातृभूमि आपके पास लाते हुए अपने देश की हर ग्रोसरी आपका अपना बाजार। Apna Bazaar, cash and carry, with locations in New York and New Jersey. America's favorite fashion store, Sahil. Visit our showrooms in Chicago and New Jersey or online at www.sahil.com. Hey, you cool and juicy, her drop fresh, you see. Maza. Young or old, sabhi happy day. Everyone ke man ko jeete. Party function kabhi bhi piyo. All time favorite drink hai kholo. Maza, 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 maza. Hey, you cool and juicy, her drop hai fresh. Maza. ਕੁਨਾਲ ਜੁਐਲਰ ਦੇ ਗਹਿਣੇ ਵਾਹ ਪਈ ਵਾਹ ਕਿਆ ਕਹਿਣੇ, ਗਹਿਣਿਆਂ ਨਾਲ ਭਰ ਲੈ ਜਾਓ, ਘਰ ਵਾਲੀ ਨੂੰ ਹੂਰ ਬਣਾਓ। ਕੁਨਾਲ ਜੁਐਲਰ ਤੇ ਆਓ, ਗਹਿਣਿਆਂ ਨਾਲ ਸਜ ਧਜ ਕੇ ਬਾਗੋ ਬਾਗ ਹੋ ਜਾਓ। ਅਸੀਂ ਤੁਹਾਡੀ ਪਸੰਦ ਦੇ 22 ਅਤੇ 24 ਕੈਰਟ ਦੇ ਕੜੇ, ਚੇਨ, ਕੋਇਨਸ, ਡਾਇਮੰਡ ਕੱਟ ਬੈਂਗਲਸ ਆਰਡਰ ਤੇ ਤਿਆਰ ਕਰਦੇ ਹਾਂ। ਗਹਿਣਿਆਂ ਦੀ ਰਿਪੇਅਰ ਵੀ ਇੱਥੇ ਹੀ ਕਰਦੇ ਹਾਂ। ਤੁਸੀਂ ਆਪਣੀ ਰਾਸ਼ੀ ਦੇ ਬਰਸਟੋਨ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ। ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 7184787200। ਯਾਦ ਰੱਖੋ ਕੁਨਾਲ ਜੁਐਲਰ 37-08 74 स्ट्रीट जैक्सन हाइट्स न्यूयॉर्क। चाय? ये सब तुम शाही पुलाव के लिए कर रहे हो ना? बना दो ना प्लीज। 49 साल से रोज यही तो खा रहे हो। श्री लाल महल है तो 49 साल कट गए, वरना 49 दिन भी काटने मुश्किल होते। जाओ, नहीं बनाती मैं तुम्हारा शाही पुलाव। बना दो ना प्लीज डार्लिंग। 49 के 50 भी तो करने हैं। गोल्डन जुबिली मनानी है ना। खुशबूदार लंबे दाने वाला श्री लाल महल एम्पायर बासमती राइस। दादी वाओ, शाही पुलाव। लगता है इस बार दादाजी अपनी एनिवर्सरी नहीं भूले। क्यों? बिल्कुल नहीं भूला। श्री लाल महल एम्पायर बासमती राइस, खिले खिले दाने, खिले खिले आप। मिराज बैंकेट हॉल एंड रेस्टोरेंट। वेडिंग होवे या बर्थडे पार्टी, मिराज है परफेक्ट हर सेलिब्रेशन ਲਈ। मिराज इंडियन क्यूजिन विद प्रॉपर सीटिंग फैसिलिटी। विजिटर्स ਲਈ प्राइवेट पार्किंग फैसिलिटी भी अवेलेबल है। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਤੁਹਾਨੂੰ ਸੰਵਿਧਾਨ ਦੀਆਂ ਕੁਝ ਮੁੱਖ ਧਾਰਾਵਾਂ ਦੇ ਬਾਰੇ ਜਾਣਕਾਰੀ ਦੇ ਰਹੇ ਸੀ।
1950 ਦੇ ਵਿੱਚ ਵਿਧਾਨ ਪਾਸ ਹੋਇਆ, ਸੰਵਿਧਾਨ ਪਾਸ ਹੋਇਆ, ਪਰ 1967 ਤੱਕ ਪੰਜਾਬੀ ਜ਼ਬਾਨ ਨੂੰ ਰੈਕਗਨਾਈਜ਼ ਨਹੀਂ ਕੀਤਾ ਗਿਆ ਸੀ। 1967 ਵਿੱਚ ਪੰਜਾਬੀ ਸੂਬਾ ਬਣਨ ਦੇ ਬਾਅਦ 8th ਜਿਹੜਾ ਸ਼ਡਿਊਲ ਹੈ ਉਹਦੇ ਵਿੱਚ ਐਂਟਰੀ ਨੰਬਰ 13 ਨਾਲ ਪੰਜਾਬੀ ਜ਼ਬਾਨ ਨੂੰ ਇੱਕ ਮਾਨਤਾ ਦਿੱਤੀ ਗਈ। ਸੋ ਤੁਹਾਡੇ ਵਿਚਾਰ ਜ਼ਰੂਰੀ। ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਚਰਨਜੀਤ ਸਿੰਘ ਗੁਮਟਾਲਾ ਬੋਲ ਰਿਹਾ ਜੀ 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 ਗੁਮਟਾਲਾ ਜੀ, ਜੀ ਆਇਆਂ ਨੂੰ, ਹੁਕਮ ਕਰੋ। ਨਾਮਾ ਜੀ, ਜਿਹੜੀ ਭਾਸ਼ਾ ਦੀ ਗੱਲ ਕਰਦੇ ਜੇ ਨਾ ਜੀ, ਉਹ ਮੈਂ ਕਿਸੇ ਦਿਨ 10 ਮਿੰਟ ਲਾਉਂ ਤੁਹਾਨੂੰ ਜ਼ਰੂਰ ਜੀ। ਹੁਣ ਮੈਂ ਗੱਲ ਇਹੋ ਕਹਿਣੀ ਆ ਵੀ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਉਹਨਾਂ ਮਿਹਨਤ ਨਹੀਂ ਕੀਤੀ। ਹਾਂਜੀ, ਉਹਨਾਂ ਨੇ ਸਾਰਾ ਅੰਗਰੇਜ਼ਾਂ ਦਾ ਚੌਕਟਾ ਹੋ ਰੱਖਿਆ, ਸਿਸਟਮ, ਡੰਡਾ, ਪੁਲਿਸ, ਸਾਰਾ ਕੁਝ ਹੋ ਰੱਖਿਆ ਜੀ। ਜੇ ਹਿੰਦੁਸਤਾਨ ਨੇ ਤਰੱਕੀ ਕਰਨੀ ਆ, ਕੈਨੇਡਾ ਵਾਂਗੂ, ਅਮਰੀਕਾ ਵਾਂਗੂ ਹਰ ਸੂਬੇ ਨੂੰ ਆਜ਼ਾਦੀ ਦੇਣੀ ਪੈਗੀ, ਪਾਵਰਾਂ ਦੇਣੀਆਂ ਪੈਣਗੀਆਂ ਜੀ। ਸੈਂਟਰਲਾਈਜ਼ ਸਿਸਟਮ ਕਰਨਾ ਪਊਗਾ ਜੀ। ਸਟੇਟਾਂ ਵਿੱਚ ਮੁੱਖ ਮੰਤਰੀਆਂ ਤੇ ਮੰਤਰੀਆਂ ਕੋ ਪਾਵਰਾਂ ਖੋ ਕੇ ਪੰਚਾਇਤਾਂ ਨੂੰ ਦੇਣੀਆਂ ਪੈਣਗੀਆਂ, ਮਿਊਨਿਸਪਲ ਕਮੇਟੀਆਂ ਦੇਣੀਆਂ ਪੈਣਗੀਆਂ ਜੀ। ਇਹਦੇ ਮੰਤਰੀਆਂ ਦੀ ਦਖਲਅੰਦਾਜ਼ੀ ਬਿਲਕੁਲ ਬੰਦ ਕਰਨੀ ਪਊਗੀ ਮਿਊਨਿਸਪਲ ਕਮੇਟੀਆਂ 'ਚ, ਪੰਚਾਇਤੀ ਰਾਜ ਵਿੱਚ, ਫਿਰ ਹਿੰਦੁਸਤਾਨ ਤਰੱਕੀ ਕਰ ਸਕਦਾ ਜੀ। ਜੀ। ਇਹ ਨਿਚੋੜ ਜੇ ਮੇਰੀ। ਠੀਕ ਹੈ, ਠੀਕ ਹੈ। ਬਹੁਤ ਤੁਹਾਡੇ ਵਿਚਾਰਾਂ ਲਈ ਬਹੁਤ ਬਹੁਤ ਧੰਨਵਾਦ ਗੁਮਟਾਲਾ ਸਾਹਿਬ, ਥੈਂਕ ਯੂ। ਹੈਲੋ, ਹਾਂਜੀ, ਪਿਆਰਾ ਸਿੰਘ ਬੋਲਦਾ ਜੀ। ਹਾਂਜੀ ਹਾਂਜੀ, ਜੀ ਆਇਆਂ ਨੂੰ ਪਿਆਰਾ ਸਿੰਘ ਜੀ, ਹੁਕਮ ਕਰੋ, ਕੀ ਆਦੇਸ਼ ਹੈ? ਹੁਕਮ ਤੇ ਸਰਕਾਰ ਦਾ ਮੈਂ ਬੇਨਤੀ ਕਰਨੀ ਹੈ ਜੀ। ਇਹ ਹੁਣ ਬੀਤੇ ਤੋਂ ਸਬਕ ਲੈ ਕੇ ਹਾਂਜੀ ਕੁਝ ਗੱਲਾਂ ਮੈਂ ਕਹਾਂਗਾ। ਹਾਂਜੀ। ਸਮੁੱਚੇ ਸੰਸਾਰ ਦੇ ਸਿੱਖ ਇਕਮੁੱਠ ਹੋ ਕੇ ਸਿੱਖ ਪਰਸਨਲ ਲਾ ਬਣਾਉਣ ਲਈ ਇਕਜੁੱਟ ਹੋ ਜਾਣ ਤੇ ਅੱਗੇ ਆਉਣ। ਜੀ ਜੀ। ਉਸ ਤੋਂ ਅੱਗੇ ਹੈ, ਇਹ ਸਿੱਖਾਂ ਦਾ ਬੁਨਿਆਦੀ ਹੱਕ ਹੈ, ਕਿਉਂਕਿ ਸਿੱਖ ਇੱਕ ਵੱਖਰੀ ਕੌਮ ਹੈ। ਅਗਲਾ ਹੈ, ਚੇਤਾ ਕਰਨਾ ਜ਼ਰੂਰੀ ਹੈ, ਸੋਇਆ ਸੁਖ ਹੋਇਆ, ਨੀਂਦ ਤਿਆਗੋ। ਹਾਂਜੀ। ਅਗਲਾ ਹੈ, ਸੰਸਾਰ ਨੂੰ ਪਤਾ ਹੈ ਤੇ ਸਰਕਾਰ ਨੂੰ ਵੀ ਪਤਾ ਹੈ, ਤੇ ਹਰ ਇੱਕ ਜਿਹੜਾ ਕਾਨੂੰਨ ਬਣਾਉਣ ਵੇਲੇ ਸੀ ਉਸ ਵਿਅਕਤੀ ਨੂੰ ਵੀ ਪਤਾ ਹੈ, ਸਰਦਾਰ ਹੁਕਮ ਸਿੰਘ, ਸਰਦਾਰ ਮਾਨ ਨੇ ਸਿਗਨੇਚਰ ਨਹੀਂ ਕੀਤੇ, ਉਹ ਜਿਹੜਾ ਬਣਿਆ ਕਾਨੂੰਨ ਹੈ ਉਹ ਸਿੱਖਾਂ ਨੂੰ ਪ੍ਰਵਾਨ ਨਹੀਂ, ਇਸ ਕਰਕੇ ਉਹ ਪੇਪਰ ਟੇਬਲ ਉੱਤੇ ਰੱਖ ਕੇ ਕਾਰਵਾਈ ਆਰੰਭ ਹੋਵੇ। ਬਹੁਤ ਅੱਛਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਹਾਡੇ ਵਿਚਾਰਾਂ ਲਈ ਧੰਨਵਾਦ। ਪਰ ਇਸ ਦੇ ਵਿੱਚ ਇੱਕ ਗੱਲ ਬੜੀ ਸਪਸ਼ਟ ਹੈ, ਸਿਰਫ ਇੱਕ ਗੱਲ ਤਾਂ ਕਿ ਰਿਕਾਰਡ ਵਾਸਤੇ, ਬਾਅਦ ਵਿੱਚ ਇਹ ਜਿਹੜਾ ਸੰਵਿਧਾਨ ਦੇ ਵਿੱਚ ਵੱਖਰੇ ਪਰਸਨਲ ਲਾਅ ਦੀ ਗੱਲ ਹੈ, ਉਹਦੇ ਵਿੱਚ ਸਭ ਤੋਂ ਵੱਡਾ ਅੜਿੱਕਾ ਧਾਰਾ 25 ਹੈ, ਜਿਹਦੇ ਤੇ ਵੈਂਕਟਾਚਲਈਆ ਕਮਿਸ਼ਨ ਨੇ ਆਪਣੀ ਰਿਪੋਰਟ ਵੀ ਦਿੱਤੀ, ਪਰ ਉਸ 'ਤੇ ਹਾਲੇ ਤੱਕ ਕੁਝ ਨਹੀਂ ਹੋਇਆ। ਉਹਦੇ ਬਾਰੇ ਤੁਹਾਡੇ ਨਾਲ ਜ਼ਰੂਰ ਅਸੀਂ ਤੁਹਾਨੂੰ ਵਿਸਥਾਰ ਸਹਿਤ ਦੱਸਾਂਗੇ। ਔਰ ਦੂਸਰੀ ਗੱਲ, ਬਾਅਦ ਵਿੱਚ ਸਰਦਾਰ ਹੁਕਮ ਸਿੰਘ ਜਿਨ੍ਹਾਂ ਨੇ ਪਹਿਲਾਂ ਇਸ ਕਨਸਟੀਟਿਊਸ਼ਨ ਨੂੰ ਰੱਦ ਕੀਤਾ ਸੀ, ਉਹਨਾਂ ਨੇ ਬਾਅਦ ਵਿੱਚ ਇਸੇ ਸੰਵਿਧਾਨ ਬਲਕਿ ਸਾਰੀਆਂ ਮੰਗਾਂ ਦੇ, ਪੰਥ ਦੀਆਂ ਮੰਗਾਂ ਦੇ ਵਿਰੋਧ ਵਿੱਚ ਜਾ ਕੇ ਡਿਪਟੀ ਸਪੀਕਰ ਤੇ ਸਪੀਕਰਸ਼ਿਪ ਐਕਸੈਪਟ ਕੀਤੀ, ਔਰ ਉਹਨਾਂ ਨੇ ਵਧਾਈ ਦਿੱਤੀ ਸੀ ਕਿ ਸਿੱਖਾਂ ਨੂੰ ਅਗਰ ਹਿੰਦੂ ਲਾਅ ਦੇ ਅੰਡਰ ਟਰੀਟ ਕੀਤਾ ਜਾਂਦਾ, ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਇਹ ਸਰਦਾਰ ਹੁਕਮ ਸਿੰਘ ਦਾ ਪਾਰਲੀਮੈਂਟ ਵਿੱਚ ਬਿਆਨ ਸੀ। ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਮੈਂ ਪ੍ਰਗਟ ਸਿੰਘ ਬਲ ਬੋਲਦਾ ਜੀ। ਜੀ ਬਲ ਸਾਹਿਬ, ਜੀ ਆਇਆਂ ਨੂੰ, ਹੁਕਮ ਕਰੋ। ਮਹਾਰਾਜ ਹੁਕਮ ਬੇਨਤੀ ਕਰ ਰਹੇ ਤੇ ਤੁਹਾਨੂੰ ਜੀ। ਜੀ ਜੀ ਜੀ, ਦੱਸੋ। ਹਾਂਜੀ, ਬਹੁਤ ਵਧੀਆ ਅੱਜ ਦਾ ਵਿਸ਼ਾ ਵੀ ਲੈ ਗਏ, ਤੁਸੀਂ ਵਿਚਾਰਾਂ ਕੀਤੀਆਂ, ਬੜੇ ਸਿਆਣੇ ਸਿਆਣੇ ਬੰਦੇ ਕਰਕੇ ਗਏ ਜੀ। ਜੀ 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 ਜੀ। ਸਰਦਾਰ ਕਪੂਰ ਸਿੰਘ ਨੂੰ ਤੇ ਇਹਨਾਂ ਸਿੱਖ ਕੌਮ ਨੇ ਭੁੱਲ ਹੀ ਦਿੱਤਾ ਜੀ। ਹਾਂਜੀ ਹਾਂਜੀ। ਉਹਨਾਂ ਦਾ ਤੇ ਜੋ ਲਿਟਰੇਚਰ, ਜੋ ਉਹਨਾਂ ਕੁਰਬਾਨੀ ਕੀਤੀ, ਪਹਿਲੇ IAS ਅਫਸਰ ਹੀ ਜਿਨ੍ਹਾਂ ਨੇ ਮੁੱਦਾ ਸਿੱਖਾਂ ਦਾ ਚੁੱਕਿਆ ਜੀ। ਤੇ ਜੇ ਉਦੋਂ ਹੀ ਕਿਤੇ ਸਾਰੇ ਸਿੱਖ ਇਕੱਠੇ ਹੋ ਗਏ ਜ਼ੋਰ ਲਾਉਂਦੇ, ਸ਼ਾਇਦ ਅੱਜ ਇਹ ਦਿਨ ਨਾ ਵੇਖਣੇ ਪੈਂਦੇ। ਜੀ 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 ਜੀ। ਬਹੁਤ ਤੁਹਾਡਾ ਧੰਨਵਾਦ ਹੈ ਬਲ ਸਾਹਿਬ। ਪਰ ਇੱਕ ਗੱਲ ਮੌਜੂਦਾ ਸਿਸਟਮ ਦੇ ਵਿੱਚ ਇੱਕ ਸਮਝਣ ਵਾਲੀ ਗੱਲ ਹੈ ਕਿ ਇਸ ਸਿਸਟਮ ਦੇ ਵਿੱਚ ਰਾਜ ਵੋਟਾਂ ਦਾ, ਗਿਣਤੀ ਦਾ। ਇਕਬਾਲ ਕਹਿੰਦਾ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਸਿਰਾਂ ਨੂੰ ਗਿਣਿਆ ਜਾਂਦਾ, ਤੌਲਿਆ ਨਹੀਂ ਜਾਂਦਾ। ਸੋ ਜਿੱਥੇ ਕਾਨੂੰਨ ਗਿਣਤੀ ਦੇ ਨਾਲ ਪਾਸ ਹੋਣਾ ਹੈ, ਤੁਸੀਂ ਕੀ ਕਰ ਸਕਦੇ ਹੋ, ਇਹ ਇੱਕ ਬੜੀ ਵੱਡੀ ਤਰਾਸਦੀ ਹੈ। ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਹਾਂਜੀ ਸਰ ਜੀ, ਮੈਂ ਮਨਦੀਪ ਸਿੰਘ ਬੋਲ ਰਿਹਾ ਜੀ। ਜੀ, ਕਿੱਥੋਂ ਵੀਰ ਜੀ? ਮੈਂ ਨਿਊਯਾਰਕ ਤੋਂ ਬੋਲ ਰਿਹਾ ਜੀ। ਜੀ 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 ਜੀ, ਹੁਕਮ ਕਰੋ ਮਨਦੀਪ ਸਿੰਘ ਜੀ। ਮੈਂ ਆਪਣੇ ਸੋਚ ਨਾਲ ਗੱਲ ਕਰਨਾ ਚਾਹੁੰਦਾ ਆਪਣੇ ਕਿ ਅਸੀਂ ਪਿੰਡਾਂ ਦੇ ਵਿੱਚ ਜੰਮੇ ਪਲੇ। ਹਾਂਜੀ।
ਤੇ ਕੋਈ ਸੋਚ ਸਮਝ ਨਹੀਂ ਸੀ ਸਾਨੂੰ ਕਿ ਪੋਲੀਟੀਕਲ ਸਿਸਟਮ ਕੀ ਕਰ ਰਿਹਾ ਸਾਡੇ ਨਾਲ। ਹਾਂਜੀ ਹਾਂਜੀ। ਤੇ ਇੱਕਦਮ ਅਮਰੀਕਾ ਦੇ ਵਿੱਚ ਲੈ ਕੇ ਸੁੱਟ ਦਿੱਤਾ ਸਾਨੂੰ। ਹਾਂਜੀ। ਇੱਥੇ ਆ ਕੇ ਅਸੀਂ ਆਪਣੀ ਹੋਸ਼ ਸੰਭਾਲ ਲਈ ਤੇ ਪਤਾ ਲੱਗਿਆ ਕਿ ਇਹ ਤੇ ਸਾਡੇ ਨਾਲ ਬੜੀ ਵੱਡੀ ਜ਼ਿਆਦਤੀ ਹੋ ਗਈ ਹੈ। ਜੀ ਜੀ ਜੀ। ਸਾਡੇ ਬੱਚੇ ਹੁਣ ਵੀ ਉੱਥੇ ਜੰਮ ਰਹੇ ਨੇ। ਹਾਂਜੀ। ਬੱਚੇ ਸਾਡੇ ਉੱਥੇ ਵੱਡੇ ਹੋ ਰਹੇ ਨੇ, ਉਹਨਾਂ ਨੂੰ ਅਜੇ ਤੱਕ ਵੀ ਹੋਸ਼ ਨਹੀਂ ਹੈ ਉਹ ਕਿੱਥੇ ਔਰ ਕਿਹੜੀ ਸਟੇਜ ਦੇ ਵਿੱਚ ਜਾ ਕੇ ਜੀ ਉਹਨਾਂ ਨੇ ਅਡਲਟਹੁੱਡ ਦੇ ਵਿੱਚ ਕੀ ਕਰਨਾ ਹੈ। ਜੀ 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 ਜੀ। ਤੇ ਬੜੀ ਵੱਡੀ ਇੱਕ ਸਾਡੀ ਕੌਮ ਦੇ ਨਾਲ ਧੱਕਾਸ਼ਾਹੀ ਹੋ ਰਹੀ ਹੈ। ਜੋ ਪਿੰਡਾਂ ਦੇ ਬੱਚੇ ਨੂੰ ਪਤਾ ਹੀ ਨਹੀਂ ਹੈ, ਉਹ ਸਾਰੇ ਇਹ ਸੋਚ ਰਹੇ ਕਿ ਸਾਨੂੰ ਅਮਰੀਕਾ ਹੀ ਜਾਣਾ ਬਸ। ਤੁਸੀਂ ਗੱਲ ਕੇਵਲ ਪਿੰਡਾਂ ਦੀ ਕਰ ਰਹੇ ਹੋ। ਮੈਂ ਹੁਣ ਤੁਹਾਨੂੰ ਇੱਕ ਗੱਲ ਦੱਸਣ ਲੱਗਾ, ਜਿਹੜੀ ਤੁਸੀਂ ਕਿਸੇ ਲੀਡਰਾਂ ਦੇ ਨਾਲ ਵੀ ਗੱਲ ਕਰੋਗੇ ਉਹ ਵੀ ਕਹਿਣਗੇ ਸਾਨੂੰ ਨਹੀਂ ਪਤਾ। 1975 ਦੇ ਵਿੱਚ ਐਮਰਜੈਂਸੀ ਲੱਗੀ, ਪੂਰੇ ਅਕਾਲੀ ਦਲ ਨੇ ਕੁਰਬਾਨੀ ਕੀਤੀ, ਸਾਰੇ ਭਾਰਤੀ ਜਨਤਾ ਪਾਰਟੀ ਤੇ ਹੋਰ ਪਾਰਟੀਆਂ ਪੰਜਾਬ ਦੇ ਵਿੱਚ ਸਨ, ਦਰਬਾਰ ਸਾਹਿਬ ਵਿੱਚ ਸਨ ਕਿ ਐਮਰਜੈਂਸੀ ਦੇ ਖਿਲਾਫ ਮੋਰਚਾ ਲੱਗਾ ਔਰ ਮੋਰਚਾ ਜਿੱਤਿਆ ਗਿਆ। ਪਰ ਬਾਅਦ ਵਿੱਚ 1979 ਵਿੱਚ ਦੁਬਾਰਾ ਕਨਸਟੀਟਿਊਸ਼ਨ ਦੀ ਅਮੈਂਡਮੈਂਟ ਕਰਕੇ 359A ਦੀ ਅਮੈਂਡਮੈਂਟ ਕਰਕੇ 20 ਜੂਨ 1979 ਨੂੰ ਸਿਰਫ ਪੰਜਾਬ ਦੇ ਵਿੱਚ ਐਮਰਜੈਂਸੀ ਲਗਾਈ ਗਈ ਔਰ ਜਿਹੜੀ ਕਿ 1990 ਤੱਕ ਰਹੀ, 11 ਸਾਲ ਰਹੀ, ਮਗਰ ਕਿਸੇ ਨੇ ਉਹਦੇ ਤੇ ਕੋਈ ਗੱਲ ਨਹੀਂ ਕੀਤੀ, ਕੋਈ ਨਹੀਂ ਬੋਲਿਆ, ਕੋਈ ਲੀਡਰ ਨਹੀਂ ਬੋਲਿਆ। ਔਰ ਜੇ ਅੱਜ ਵੀ ਪੁੱਛ ਲਓ ਕਹਿਣਗੇ ਸਾਨੂੰ ਨਹੀਂ ਪਤਾ ਹੈਗਾ। ਇਹੀ ਸਾਡੀ ਟ੍ਰੈਜਡੀ ਹੈ। ਹੈਲੋ ਹੈਲੋ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਗੱਲ ਕਰੋਗੇ? ਹੈਲੋ। ਹਾਂਜੀ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਗੁਰਜਿੰਦਰ ਸਿੰਘ ਬੋਲਦਾ ਜੀ ਹੱਲੇ ਤੋਂ। ਜੀ ਗੁਰਜਿੰਦਰ ਸਿੰਘ ਜੀ। ਜੀ ਹਾਂਜੀ, ਇਹ ਬੇਨਤੀ ਕਰਨੀ ਸੀ, ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਸੋਸ਼ਲਿਸਟ ਤੇ ਰਿਪਬਲਿਕ ਨਾਮ ਐਡ ਕੀਤੇ ਗਏ, ਨਾਮ ਜੋ ਮਰਜ਼ੀ ਐਡ ਕਰ ਲਿਆ ਜਾਣ, ਜਿੰਨਾ ਚਿਰ ਉਸ ਨੂੰ ਇਨ ਪ੍ਰੈਕਟਿਸ ਜੀ ਜੀ ਦੇ ਵਿੱਚ ਯੂਜ਼ ਨਹੀਂ ਕੀਤਾ ਜਾਂਦਾ ਜੀ ਤੇ ਉਹਨਾਂ ਚਿਰ ਉਹਨਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਸਭ ਨੂੰ ਪਤਾ ਆ ਕਿ ਸੈਕੂਲਰਿਜ਼ਮ ਦੇ ਨਾਂ ਦੇ ਉੱਤੇ ਕਿਸੇ ਨੂੰ ਧਾਰਮਿਕ ਆਜ਼ਾਦੀ ਦੇਣ ਦੀ ਜਗ੍ਹਾ ਤੇ ਇਹ ਗੱਲ ਅੱਜ ਪ੍ਰਚਾਰ ਕੀਤਾ ਜਾਂਦਾ ਹਿੰਦੁਸਤਾਨ ਦੇ ਵਿੱਚ ਵੀ ਕਿਸੇ ਵੀ ਧਰਮ ਨੂੰ ਨਾ ਮੰਨੋ, ਸਗੋਂ ਇੱਕ ਰਲ ਗੱਡ ਜਿਹਾ ਜਿਸ ਤਰ੍ਹਾਂ ਦਾ ਮਤਲਬ ਮਾਹੌਲ ਉੱਥੇ ਕ੍ਰੀਏਟ ਕੀਤਾ ਜਾਂਦਾ ਆ, ਕਿਸੇ ਨੂੰ ਉਸਦੀ ਧਾਰਮਿਕ ਆਜ਼ਾਦੀ ਦੇਣ ਨਾਲੋਂ ਜ਼ਿਆਦਾ ਮਤਲਬ ਇਹੋ ਜਿਹਾ ਉੱਥੇ ਦਾ ਕਲਚਰ ਡਿਵੈਲਪ ਕੀਤਾ ਜਾ ਰਿਹਾ ਹੈ ਅੱਜ ਉੱਥੇ ਦੀ ਪੋਲਿਟਿਕਸ ਦੁਆਰਾ। ਤੇ ਜਿਹੜਾ ਡੀਸੈਂਟਰਲਾਈਜੇਸ਼ਨ ਦਾ ਸੀਗਾ ਸੰਘੀ ਸੰਵਿਧਾਨ ਬਾਰੇ ਅਕਾਲੀ ਦਲ ਬੜੇ ਚਿਰ ਤੋਂ ਸੰਘਰਸ਼ ਕਰਦਾ ਆ ਰਿਹਾ, ਪਰ ਹੁਣ ਉਹ ਵੀ ਲੱਗਦਾ ਆ ਵੀ ਲਗਭਗ ਉਹਨਾਂ ਨੇ ਵੀ ਇਸ ਗੱਲ ਨੂੰ ਭੁਲਾ ਹੀ ਦਿੱਤਾ ਆ। ਹਾਂਜੀ ਤੇ ਇੰਨੀ ਬੇਨਤੀ ਕਰਨੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਅਖੀਰਲੀ ਕਾਲ ਅਸੀਂ ਲਵਾਂਗੇ। ਹੈਲੋ ਹੈਲੋ। ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ? ਮੈਂ ਮਨਦੀਪ ਸਿੰਘ ਬੋਲ ਰਿਹਾ ਜੀ। ਅੱਛਾ, ਹੋ ਗਈ ਗੱਲਬਾਤ ਤੁਹਾਡੀ? ਸੋ ਸਮਾਂ ਇਜਾਜ਼ਤ ਨਹੀਂ ਦਿੰਦਾ। ਬਹੁਤ ਬਹੁਤ ਧੰਨਵਾਦ। ਤੁਸੀਂ ਵਿਸ਼ਾ ਬਹੁਤ ਹੀ ਗੰਭੀਰ ਹੈ, ਕਾਫੀ ਅਹਿਮ ਮੁੱਦੇ ਹਨ, ਨੁਕਤੇ ਹਨ ਸੰਵਿਧਾਨ ਦੇ, ਜਿਹੜੇ ਸਾਨੂੰ ਸਮਝਣ ਦੀ ਲੋੜ ਹੈ ਕਿ ਕਿਹੜੇ ਸਾਨੂੰ ਔਰ ਕਿੱਥੇ ਕਿੱਥੇ ਸਾਨੂੰ ਲਾਗੂ ਕਰਦੇ ਹਨ। ਜਿਵੇਂ ਧਾਰਾ 25 ਹੈ ਜਿਹੜੀ ਕਿ ਵੱਖਰੇ ਹਕੂਕ ਦਿੰਦੀ ਹੈ, ਧਾਰਾ 26 ਦਿੰਦੀ ਹੈ ਫਰੀडम ਆਫ ਰਿਲੀਜਨ, ਔਰ ਸਾਰੀਆਂ ਹੈਗੀਆਂ। ਅਸੀਂ ਕਿਸੇ ਵੇਲੇ ਇਹਦੇ 'ਤੇ ਵਿਸਥਾਰ ਨਾਲ ਗੱਲਬਾਤ ਕਰਾਂਗੇ। ਤੁਸੀਂ ਸਾਨੂੰ ਜ਼ਰੂਰ ਈਮੇਲ ਕਰੋ lamba@getpunjabi.tv। ਇੱਕ ਹੋਰ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।